ਰੇਡੀਓ ਪੰਜਾਬ ਟੁਡੇ ਦੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਮੁੜ ਤੋਂ ਸਵਾਗਤ ਹੈ ਜੀ। ਮਾਫੀ ਚਾਹੁੰਦੇ ਹਾਂ, ਕੱਲ੍ਹ ਸੋਮਵਾਰ ਦਾ ਪ੍ਰੋਗਰਾਮ ਸਿਹਤ ਨਾਸਾਜ਼ ਸੀ, ਗਲਾ ਬੜਾ ਖਰਾਬ ਸੀ, ਇਸ ਕਰਕੇ ਤੁਹਾਡੇ ਨਾਲ ਹਾਜ਼ਰੀ ਨਹੀਂ ਲਿਖਾ ਸਕੇ। ਸੋ ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦਾ ਕੀਤਾ ਜੀ ਪਿੰਡ ਪੈਣੀ ਵੜਿੰਗਾ ਜ਼ਿਲ੍ਹਾ ਲੁਧਿਆਣਾ ਦੇ ਸਾਡੇ ਲਿਸਨਰਸ ਵੱਲੋਂ। ਉਹਨਾਂ ਦੇ ਧੰਨਵਾਦੀ ਹਾਂ। ਤਰਸੇਮ ਸਿੰਘ ਹਾਂਗਕਾਂਗ ਬਾਈ ਜੀ, ਉਹਨਾਂ ਦੇ ਬਹੁਤ ਧੰਨਵਾਦੀ ਹਾਂ। ਸਕਿਨ ਹਾਈਪਰਟੈਂਸ਼ਨ, ਸ਼ੂਗਰ ਜਾਂ ਫਿਰ ਸੈਕਸ ਰਿਲੇਟਡ ਕੋਈ ਵੀ ਬਿਮਾਰੀ ਹੈ ਤਾਂ ਤੁਸੀਂ ਡਾਕਟਰ ਹਰਮਿੰਦਰ ਗਿੱਲ ਹੋਰਾਂ ਦੇ ਨਾਲ 4087377100 ਦੇ ਉੱਤੇ ਅਪੋਇੰਟਮੈਂਟ ਬਣਾ ਸਕਦੇ ਹੋ। ਇਹ ਤੁਹਾਡੀ ਦਵਾਈ ਘਰੇ ਪੁੱਜਦੀ ਕਰ ਦਿੰਦੇ ਨੇ। ਹਰ ਤਰ੍ਹਾਂ ਦੇ ਅਕਾਊਂਟਸ, ਬੁੱਕ ਕੀਪਿੰਗ, ਟੈਕਸਿਸ ਅਤੇ ਪੇਰੋਲਸ ਦੇ ਲਈ ਹਮੇਸ਼ਾ ਯਾਦ ਰੱਖੋ ਐਕੂਰੇਟ ਅਕਾਊਂਟਸ ਐਂਡ ਟੈਕਸਿਸ ਵਾਲੇ ਮਹਿੰਦਰ ਸਿੰਘ ਸੋਲ ਅਤੇ ਲੋਕਪਾਲ ਸਿੰਘ ਸੋਲ ਹੋਰਾਂ ਨੂੰ 2535208886 ਦੇ ਉੱਤੇ। ਲੋਕੇਸ਼ਨ ਇਹਨਾਂ ਦੀ 24915104 ਐਵਨਿਊ ਕੈਂਟ ਵਾਸ਼ਿੰਗਟਨ 'ਤੇ ਹੈ ਜੀ। ਸਪਾਈਸ ਬਲਿਸ ਇੰਡੀਅਨ ਰੈਸਟੋਰੈਂਟ ਵਾਲੇ ਮੱਖਣ ਨਾਗਰਾ ਹੋਰਾਂ ਤੋਂ ਤੁਸੀਂ ਕੈਟਰਿੰਗ ਕਰਵਾ ਸਕਦੇ ਹੋ ਜਾਂ ਇਹਨਾਂ ਦੇ ਰੈਸਟੋਰੈਂਟ ਤੋਂ ਫੂਡ ਔਨਲਾਈਨ ਮੰਗਵਾ ਸਕਦੇ ਹੋ, ਡਾਈਨ ਇਨ ਕਰ ਸਕਦੇ ਹੋ। ਲੋਕੇਸ਼ਨ ਇਹਨਾਂ ਦੀ 23609104 ਐਵਨਿਊ 'ਤੇ ਹੈ ਜੀ। ਫੋਨ ਨੰਬਰ ਹੈ 2063531699 ਅਤੇ 2532467296। ਹਰ ਤਰ੍ਹਾਂ ਦੇ ਕੰਸਟਰਕਸ਼ਨ ਕਰਾਉਣ ਦੇ ਲਈ ਹਮੇਸ਼ਾ ਯਾਦ ਰੱਖੋ ਗੁਰਿੰਦਰ ਗਰੇਵਾਲ ਹੋਰਾਂ ਨੂੰ 2069415454 ਦੇ ਉੱਤੇ ਕਾਲ ਕਰ ਸਕਦੇ ਹੋ। ਮਾਲਵਾ ਟਰੱਕ ਲਾਈਨ ਐਂਡ ਟ੍ਰੇਲਰ ਰਿਪੇਅਰ ਸਰਵਿਸ, ਹਰ ਤਰ੍ਹਾਂ ਦੇ ਟਰੱਕ ਅਤੇ ਸੈਮੀ ਦੇ ਕੰਮ ਕਰਾਉਣ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ। ਤੁਹਾਡਾ ਰੀਫਰ ਹੈ ਕਿਸੇ ਵੀ ਮੇਕ ਦਾ ਤਾਂ ਤੁਸੀਂ ਇਹਨਾਂ ਕੋਲ ਲਿਜਾ ਸਕਦੇ ਹੋ। ਸਪੈਸ਼ਲਿਸਟ ਨੇ 8043728800 'ਤੇ ਕਾਲ ਕਰ ਸਕਦੇ ਹੋ। ਲੋਕੇਸ਼ਨ ਹੈ 10224 ਰੈਜ਼ੀਡੈਂਸੀ ਰੋਡ ਮਨਾਸਸ। ਪੰਜਾਬ ਟਰੱਕ ਐਂਡ ਟ੍ਰੇਲਰ ਰਿਪੇਅਰ ਇਹਨਾਂ ਦਾ ਇੱਕੋ ਇੱਕ ਨਿਸ਼ਾਨਾ ਗਰੰਟਡ ਗ੍ਰੇਟ ਐਂਡ ਕੁਇਕ ਸਰਵਿਸ 1315 ਵੈਸਟਰਨ ਆਨਾ ਐਵਨਿਊ ਇੰਡੀਅਨੈਪੋਲਿਸ 'ਤੇ ਇਹਨਾਂ ਦੀ ਲੋਕੇਸ਼ਨ ਹੈ ਜੀ। ਪਰਮਨਾ 3179979205 ਜਾਂ ਜੱਸੀ ਨਾਲ 6612045818 ਦੇ ਉੱਤੇ ਕਾਲ ਕਰ ਸਕਦੇ ਹੋ। ਇਸ ਦੇ ਨਾਲ ਹੀ ਤ੍ਰਿਪਤੀਪਾਲ ਸਿੰਘ ਸਟਾਕਟਨ, ਟ੍ਰੇਸੀ ਤੋਂ ਹਰਜਿੰਦਰ ਕਾਲੋਂ ਹੋਰਾਂ ਜੀ ਅਤੇ ਜਗਜੀਤ ਸਿੰਘ ਲੰਡਨ ਦਾ ਹੀ ਮੈਂ ਵਿਸ਼ੇਸ਼ ਤੌਰ 'ਤੇ ਧੰਨਵਾਦੀ ਹਾਂ। ਅਤੇ ਮੇਰੇ ਨਾਲ ਨੇ ਸਰਦਾਰ ਬਖਤੌਰ ਸਿੰਘ ਢਿੱਲੋਂ ਹੋਰੀ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਢਿੱਲੋਂ ਸਾਹਿਬ, ਦੋ ਖਬਰਾਂ ਹੈ, ਮੈਂ ਦੋਨਾਂ 'ਚੋਂ ਪਹਿਲੀ ਕਿਹੜੀ ਕਰਨੀ ਬਣਦੀ ਹੈ? ਇੱਕ ਤਾਂ ਸਿੱਖੋਂ ਦੀ ਗ੍ਰਿਫਤਾਰੀ ਅਤੇ ਦੂਜੀ ਹੈ ਜੀ ਅਮਿਤ ਰਤਨ ਦੇ ਰਤਨ ਨੇ ਕੀ ਰੰਗ ਖਿਲਾਏ ਨੇ, ਕੀ ਨਾਂ ਰੌਸ਼ਨ ਕੀਤਾ ਹੈ, ਉਹਦੇ ਬਾਰੇ। ਦੇਖੋ, ਜਿਹੜੀ ਤੁਹਾਨੂੰ ਜੀ ਕਰਦਾ ਉੱਥੋਂ ਹੀ ਤੋੜ ਲਓ। ਹੈ ਦੋਨੇ ਇੱਕੋ ਖਬਰਾਂ ਮਹੱਤਵ ਵਾਲੀਆਂ, ਮਹੱਤਵਪੂਰਨ ਹੈ। ਫਿਰ ਆਪਾਂ ਸੇਖੋਂ ਨਾਲ ਕੀ ਭਾਣਾ ਵਾਪਰਿਆ, ਸੇਖੋਂ ਨੂੰ ਕਿਉਂ ਗ੍ਰਿਫਤਾਰ ਕਰਨਾ ਪਿਆ? ਦੇਖੋ, ਗੱਲ ਇਹ ਕਿ ਸੇਖੋਂ ਸਿਸਟਮ ਦਾ ਸਤਾਇਆ ਹੋਇਆ ਬੰਦਾ ਹੈ, ਅਤੀ ਦੁਖੀ ਹੈ। ਸਤਾਤਾ ਉਸ ਬੰਦੇ ਨੂੰ, ਤੇ ਜਿਸ ਬੰਦੇ ਨੂੰ ਆਪਣੀ ਨੌਕਰੀ ਵੀ ਸਿਸਟਮ ਦੀ ਵਜ੍ਹਾ ਕਾਰਨ ਗੋਣੀ ਪਈ। ਕਈ ਵਾਰੀ ਆਪਾਂ ਇਸ ਗੱਲ ਦਾ ਅਲਾਂਭਾ ਦੇ ਦਿੰਦੇ ਹਾਂ ਕਿ ਫਲਾਨਾ ਪੁਲਿਸ ਅਫਸਰ, ਫਲਾਨਾ ਸਿਵਲ ਅਫਸਰ, ਉਹ ਯਾਰ ਕੰਮ ਨਹੀਂ ਕਰਦਾ ਸਵਾਰ ਕੇ। ਜਾਂ ਕਈ ਵਾਰੀ ਕੁਛ ਲੋਕ ਇਹ ਕਹਿ ਦਿੰਦੇ ਆ ਵੀ ਯਾਰ ਵਜ਼ੀਰ ਨੇ ਹੁਕਮ ਦਿੱਤਾ ਹੋਵੇ ਜੀ ਤੇ ਫਿਰ ਬੰਦਾ ਮੰਨੇ ਕੀ ਨਾ। ਅੱਜ ਕੱਲ੍ਹ ਤਾਂ ਤੁਹਾਨੂੰ ਪਤਾ ਵੀ ਹਲਕਾ ਇੰਚਾਰਜ ਵੀ ਆਪਣੇ ਆਪ ਨੂੰ ਬਹੁਤ ਵੱਡੇ ਖੰਭੀਰ ਸਮਝਦੇ ਆ। ਪਰ ਹੁਣ ਜਦੋਂ ਪੁਲਿਸ ਵਾਲੇ ਬਲਵਿੰਦਰ ਸਿੰਘ ਸੇਖੋਂ ਨੂੰ ਜਾਂ ਬਾਕੀ ਅਧਿਕਾਰੀ ਦੇਖਦੇ ਆ ਤੇ ਫਿਰ ਉਹਨਾਂ ਨੂੰ ਪਤਾ ਲੱਗਦਾ ਵੀ ਜੇ ਆਪਾਂ ਹੁਕਮ ਮੰਨੇ ਤੇ ਇਸ ਹੁਕਮ ਦਾ ਬਣੂਗਾ ਕੀ। ਕਈ ਵਾਰੀ ਹੁਕਮ ਨਜਾਇਜ਼ ਹੁੰਦੇ ਆ, ਨਜਾਇਜ਼ ਹੁਕਮਾਂ ਦੀ ਤਾਂ ਫਿਰ ਜੇ ਨਜਾਇਜ਼ ਹੁਕਮਾਂ ਦੇ ਉੱਤੇ ਅਮਲ ਕਰਨਗੇ ਉਹਦਾ ਖਮਿਆਜਾ ਭੁਗਤਣਾ ਪੈਣਾ। ਜੀ ਜੀ। ਪਰ ਜੇ ਜਾਇਜ਼ ਹੁਕਮਾਂ ਦੇ ਉੱਤੇ ਅਮਲ ਕੀਤਾ ਜਾਵੇ ਤੇ ਕਹਿੰਦੇ ਕਹਾਉਂਦੇ ਸੱਚ ਪੁੱਤਰ ਫਾਇ ਟੰਗੇ ਜਾਂਦੇ ਨਾ। ਸੱਚ ਪੁੱਤਰ ਜਿਹੜੇ ਕਹਿੰਦੇ ਹਨ ਕਿ ਅਸੀਂ ਜੀ ਨਿਜ਼ਾਮ ਬਦਲ ਦਿਆਂਗੇ, ਉਹ ਵੀ ਬਾਹ ਨਾ ਫੜਨ ਜੀ, ਤਾਂ ਫਿਰ ਬੰਦੇ ਦਾ ਬਣਦਾ ਕੀ ਹੈ? ਉਹਦੀ ਸਭ ਤੋਂ ਸ਼ਾਨਦਾਰ ਤੇ ਜਾਨਦਾਰ ਮਿਸਾਲ ਹੈ ਜੀ ਬਲਵਿੰਦਰ ਸਿੰਘ ਸੇਖੋਂ। ਬਲਵਿੰਦਰ ਸਿੰਘ ਸੇਖੋਂ DSP ਹੈ ਜੀ। ਹੁਣ ਤਾਂ ਵਿਚਾਰਾ ਸਾਬਕਾ ਹੋਇਆ ਤੇ ਇਸ ਵੇਲੇ ਅੰਦਰ ਹੈ। ਪਰ ਜਦੋਂ ਬਲਵਿੰਦਰ ਸਿੰਘ ਸੇਖੋਂ ਪਾਵਰ 'ਚ ਹੁੰਦਾ ਸੀ, ਮਹਿਕਮੇ ਦੇ ਵਿੱਚ ਹੁੰਦਾ ਸੀ, ਇਹਦੇ ਕੋਲੇ ਰੁਤਬਾ ਸੀ, ਉਦੋਂ ਇਹਦੀ ਲਿਹਾਜ਼ ਪੈ ਗਈ ਸੀ ਬਣੀ ਸੰਧੂ ਨਾਲ ਜੀ। ਬਣੀ ਸੰਧੂ ਆਪਣੇ ਜ਼ਮਾਨੇ ਦੇ ਵਿੱਚ ਬੜਾ ਮਹੱਤਵਪੂਰਨ ਵਿਅਕਤੀ ਰਿਹਾ। ਇੱਕ ਤਾਂ ਇਸ ਗੱਲੋਂ ਕਿ ਉਹ ਨਵਜੋਤ ਸਿੰਘ ਸਿੱਧੂ ਦਾ ਬੜਾ ਕਰੀਬੀ ਸੀ ਜੀ। ਹੁਣ ਮੈਨੂੰ ਪਤਾ ਨਹੀਂ ਕਿ ਉਹਨਾਂ ਦੇ ਸੰਬੰਧ ਕਿਹੋ ਜਿਹੇ। ਉਸ ਜ਼ਮਾਨੇ ਦੇ ਵਿੱਚ ਬਹੁਤ ਕਰੀਬੀ ਸੀ। ਜਦੋਂ ਨਵਜੋਤ ਸਿੰਘ ਸਿੱਧੂ ਹੋਰਾਂ ਤੇ ਕੇਸ ਬਣੇ, ਗੁਰਨਾਮ ਸਿੰਘ ਟਰਾਂਸਪੋਰਟਰ ਨਾਲ ਧੱਕਾ ਮੁੱਕੀ ਕਰਨ ਦਾ ਤੇ ਉਹਦੀ ਮੌਤ ਹੋ ਗਈ ਸੀ, ਜਿਸ ਕੇਸ ਦੇ ਵਿੱਚ ਸਿੱਧੂ ਸਾਹਿਬ ਨੂੰ 1 ਸਾਲ ਦੀ ਕੈਦ ਹੋਈ ਹੈ। ਔਰ ਸ਼ਾਇਦ ਅੱਜ ਕੈਬਨਿਟ ਦੀ ਮੀਟਿੰਗ ਦੇ ਵਿੱਚ ਕੋਈ ਫੈਸਲਾ ਹੋ ਗਿਆ ਹੋਵੇ, ਆਪਾਂ ਨੂੰ ਹਾਲੇ ਪਤਾ ਨਹੀਂ ਜੀ, ਕਿ ਉਹਨਾਂ ਨੂੰ
ਛੇਤੀ ਰਿਹਾਈ ਮਿਲਦੀ ਹੈ ਜਾਂ ਨਹੀਂ ਮਿਲਦੀ। ਵੈਸੇ ਉਹਨਾਂ ਨੇ ਮਈ ਮਹੀਨੇ 'ਚ ਤਾਂ ਆ ਹੀ ਜਾਣਾ ਮਈ ਤੋਂ ਵੱਧ ਤਾਂ ਰੱਖਿਆ ਜਾ ਹੀ ਨਹੀਂ ਸਕਦਾ। ਉਹ ਕੇਸ ਜਿਹੜਾ ਹੈ ਜੀ, ਉਸ ਕੇਸ ਵੇਲੇ ਗੁਰਨਾਮ ਸਿੰਘ ਨਾਲ ਧੱਕਾ ਮੁੱਕੀ ਹੋਏ ਸੀ ਤੇ ਸਿੱਧੂ ਸਾਹਿਬ ਦੇ ਨਾਲ ਜਿਹੜਾ ਦੂਸਰਾ ਬੰਦਾ ਸੀ ਜੀ, ਉਹ ਸੀ ਬਨੀ ਸੰਧੂ। ਹੇਠਲੀ ਕੋਰਟ 'ਚੋਂ ਬਰੀ ਹੋ ਗਏ ਸੀ, ਉੱਪਰੋਂ ਹਾਈ ਕੋਰਟ ਦੇ ਵਿੱਚੋਂ ਇਹਨਾਂ ਨੂੰ ਸਜ਼ਾ ਹੋ ਗਈ ਸੀ ਜੀ। ਸੁਪਰੀਮ ਕੋਰਟ ਦੇ ਵਿੱਚੋਂ ਫਿਰ ਜਿਹੜੀ ਹੈਗੀ 1000 ਰੁਪਏ ਦਾ ਜੁਰਮਾਨਾ ਕਰਕੇ ਸਿੱਧੂ ਸਾਹਿਬ ਨੂੰ ਖੁਲਾਸੀ ਮਿਲ ਗਈ ਸੀ ਜੀ। ਪਰ ਬਾਅਦ ਦੇ ਵਿੱਚ ਜਿਹੜੀ ਰਿਵਿਊ ਪਟੀਸ਼ਨ ਪਾਈ ਸੀ ਸਿੱਧੂ ਸਾਹਿਬ ਨੂੰ ਹੋ ਗਈ ਸੀ ਉਹਦੇ 'ਚ ਸਜ਼ਾ। ਅੱਛਾ ਜੀ। ਬਲਵਿੰਦਰ ਸਿੰਘ ਸੇਖੋਂ ਦੀ ਉਹਦੇ ਨਾਲ ਦੋਸਤੀ ਹੁੰਦੀ ਸੀ। ਸਿੱਧੂ ਸਾਹਿਬ ਕਾਂਗਰਸ ਜੁਆਇਨ ਕਰ ਗਏ, MLA ਬਣ ਗਏ ਜੀ, ਔਰ ਨੰਬਰ 2 ਦਾ ਅਹੁਦਾ ਜਿਹੜਾ ਲੋਕਲ ਬਾਡੀਜ਼ ਦੀ ਮਿਨਿਸਟਰੀ ਉਹ ਇਹਨਾਂ ਨੂੰ ਮਿਲ ਗਈ ਸੀ। ਲੋਕਲ ਬਾਡੀ ਦੀ ਮਿਨਿਸਟਰੀ ਮਿਲਣ ਤੋਂ ਬਾਅਦ ਇਹਨਾਂ ਨੇ ਕਿਹਾ ਜੀ ਅਸੀਂ ਸਫਾਈ ਕਰਨੀ ਹੈ। ਤੇ ਸਫਾਈ ਦਾ ਜੇ ਆਪਾਂ ਦੇਖੀਏ ਸਭ ਤੋਂ ਬੰਦ, ਵੈਸੇ ਤਾਂ ਲੋਕਲ ਬਾਡੀ ਦੀ ਹਾਲਤ ਸਾਰੇ ਸੂਬੇ ਦੇ ਵਿੱਚ ਇੱਕੋ ਜਿਹੀ ਹੈ। ਸਫਾਈ ਕਰਨੀ ਤਾਂ ਬਹੁਤ ਔਖੀ ਹੈ। ਸਫਾਈ ਕਰਨੀ ਤਾਂ ਚਲੋ ਬੰਦੇ ਨੂੰ ਕੋਸ਼ਿਸ਼ ਤਾਂ ਕਰਨੀ ਚਾਹੀਦੀ ਹੈ, ਪਰ ਜੇ ਆਪਾਂ ਸਭ ਤੋਂ ਦੇਖੀਏ ਵੀ ਇੰਪੋਰਟੈਂਟ ਸ਼ਹਿਰ ਕਿਹੜਾ ਹੈ ਜੀ, ਜਿੱਥੇ ਮਤਲਬ ਕੀ ਕਹਿੰਦੇ ਹੁੰਦੇ ਚੱਤੇ ਪੈਰ ਰੌਣਕਾਂ ਲੱਗੀਆਂ ਰਹਿੰਦੀਆਂ ਲੋਕਲ ਬਾਡੀ ਦੇ ਅਧਿਕਾਰੀਆਂ ਦੀਆਂ, ਉਹ ਹੈ ਲੁਧਿਆਣਾ ਜੀ। ਲੁਧਿਆਣਾ ਕਾਰਪੋਰੇਸ਼ਨ ਵੀ ਹੈ ਤੇ ਇੰਪਰੂਵਮੈਂਟ ਟਰਸਟ ਵੀ ਉਹਦਾ ਬਹੁਤ ਮਹੱਤਵਪੂਰਨ ਹੈ। ਔਰ ਇੰਪਰੂਵਮੈਂਟ ਟਰਸਟ ਵੇਲੇ ਤੁਹਾਡੇ ਯਾਦ ਹੋਣਾ ਵੀ ਪਹਿਲਾਂ ਜਿਹੜਾ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਕੇਸ ਬਣਿਆ ਸੀ, ਉਹ ਇੰਪਰੂਵਮੈਂਟ ਟਰਸਟ ਸਿਟੀ ਸਕੈਮ ਵਾਲਾ, ਉਹ ਵੀ ਉੱਥੇ ਹੀ ਬਣਿਆ ਸੀ ਜੀ। ਇੱਥੇ ਹੋਇਆ ਕਿ ਇੱਥੇ ਕਹਿੰਦੇ ਜੀ ਗੜਬੜ ਬਹੁਤ ਜ਼ਿਆਦਾ ਹੈ ਔਰ ਬੜੇ ਪਾਵਰਫੁਲ ਮੰਤਰੀ ਹੁੰਦੇ ਸੀਗੇ ਉੱਥੋਂ ਕੈਪਟਨ ਦੀ ਸਰਕਾਰ ਦੇ ਵਿੱਚ। ਫੂਡ ਸਪਲਾਈ ਡਿਪਾਰਟਮੈਂਟ ਜਿਨ੍ਹਾਂ ਕੋਲ ਹੁੰਦਾ ਭਾਰਤ ਭੂਸ਼ਣ ਆਸ਼ੂ ਜੀ ਜੀ, ਤੇ ਭਾਰਤ ਭੂਸ਼ਣ ਆਸ਼ੂ ਜੀ ਦੇ ਉੱਤੇ ਇਲਜ਼ਾਮ ਲੱਗਣ ਲੱਗ ਗਏ ਕਿ ਉਹਨਾਂ ਨੇ ਜੀ ਕੋਈ ਗੜਬੜ ਕੀਤੀ ਹੈ। ਮਾਮਲਾ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਧਿਆਨ 'ਚ ਆਇਆ। ਨਵਜੋਤ ਸਿੰਘ ਸਿੱਧੂ ਹੋਰਾਂ ਨੇ ਇਨਕੁਆਇਰੀ ਕਰਤੀ ਮਾਰਕ ਵਿਜੀਲੈਂਸ ਨੂੰ ਜੀ। ਵਿਜੀਲੈਂਸ ਬਾਹਰਲੀ ਨਹੀਂ, ਵਿਜੀਲੈਂਸ ਇੱਕ ਡਿਪਾਰਟਮੈਂਟ ਦੀ ਆਪਣੀ ਵਿਜੀਲੈਂਸ ਹੁੰਦੀ ਹੈ ਜੀ ਜੀ। ਜਿਹੜੀ ਲੋਕਲ ਬਾਡੀ ਡਿਪਾਰਟਮੈਂਟ ਦੀ ਵਿਜੀਲੈਂਸ ਸੀ ਉਹਨੂੰ ਇਨਕੁਆਇਰੀ ਮਾਰਕ ਕਰਤੀ ਕਿ ਤੁਸੀਂ ਇਨਕੁਆਇਰੀ ਕਰੋ ਜੀ। ਔਰ ਇਹ ਬਲਵਿੰਦਰ ਸਿੰਘ ਸੇਖੋਂ ਉਸ ਵਿਜੀਲੈਂਸ ਟੀਮ ਦਾ ਮੈਂਬਰ ਸੀ ਜੀ, ਕਿਉਂਕਿ ਡੈਪੂਟੇਸ਼ਨ ਤੇ ਪੁਲਿਸ ਵਿਭਾਗ ਦੇ ਵਿੱਚੋਂ ਇਹ ਚਲੇ ਗਏ ਸੀ ਲੋਕਲ ਬਾਡੀ 'ਚ। ਇਹਨਾਂ ਨੂੰ ਦਿੱਤੀ ਸ਼ਾਬਾਸ਼ੀ ਜੀ ਵੀ ਚੱਕ ਦੇ ਫੱਟੇ ਸੇਖੋਂ ਯਾਰ, ਤੂੰ ਪਰਵਾਹ ਨਾ ਕਰੀ ਤੇ ਤੇਰੇ ਨਾਲ ਜੱਟ ਦਾ ਪੁੱਤ ਭਗਵੰਤ ਸਿੰਘ ਦਾ ਪੁੱਤ ਤੇਰੇ ਨਾਲ ਹੈ, ਸਿੱਧੂ ਸਾਹਿਬ ਦਾ ਗੱਲ ਕੀ ਹੈ ਤੇ ਆਪਾਂ ਚੱਕ ਦਿਆਂਗੇ ਫੱਟੇ ਜੀ। ਇਸ ਬੰਦੇ ਨੇ ਬੜੀ ਇਮਾਨਦਾਰੀ ਦੇ ਨਾਲ, ਬਹੁਤ ਹੀ ਮਿਹਨਤ ਦੇ ਨਾਲ ਆਪਣੀ ਜਿਹੜੀ ਆ ਜਾਂਚ ਕਰਨੀ ਸ਼ੁਰੂ ਕਰਤੀ ਜੀ। ਤੇ ਜਦੋਂ ਜਾਂਚ ਦਾ ਰੱਸਾ ਸਿਖਰ ਤੱਕ ਪਹੁੰਚਣ ਲੱਗਿਆ, ਵੱਡੇ ਵੱਡੇ ਜਿਹੜੇ ਚੋਰ ਸੀ ਉਹਨਾਂ ਵੱਲ, ਤਾਂ ਉਸ ਵੇਲੇ ਫਿਰ ਉਹਨਾਂ ਦੀ ਮਦਦ ਦੇ ਉੱਤੇ ਮੰਤਰੀ ਜੀ ਆ ਗਏ ਜੀ। ਇੱਕ ਇਹ ਸੀਗੇ ਸੇਖੋਂ ਸਾਹਿਬ ਉਸ ਕੰਮ 'ਚ, ਤੇ ਇੱਕ ਹੋਰ ਸੀਗੇ ਜਿਹੜੇ ਮਿਸਟਰ ਗਰਗ। ਅੱਛਾ, ਉਹ ਗਰਗ ਹੁਣ ਹੀ ਹੁੰਦੇ ਸੀ ਉੱਥੇ SC। ਇਹ ਦੋਨੋਂ ਜਾਣੇ ਜਿਹੜੇ ਹੈਗੇ ਜੀ ਕਿ ਦੱਸੋ ਗੱਲ ਕੀ ਹੈ। ਇਹਨਾਂ ਨੇ ਸਾਰਾ ਕੁਝ ਕਰ ਲਿਆ ਤੇ ਮੰਤਰੀ ਜੀ ਹੋ ਗਏ ਇਹਨਾਂ ਨਾਲ ਖਫਾ। ਗਰਗ ਸਾਹਿਬ ਨਾਲ ਵੀ ਮੰਤਰੀ ਜੀ ਨੇ ਤੂੰ ਤੜਕ ਕੀਤੀ ਤੇ ਫਿਰ ਬਲਵਿੰਦਰ ਸਿੰਘ ਸੇਖੋਂ ਨਾਲ ਵੀ ਉਹਨਾਂ ਨੇ ਟੈਲੀਫੋਨ ਮਿਲਾ ਲਿਆ ਜੀ। ਟੈਲੀਫੋਨ ਮਿਲਾ ਕੇ ਮੰਤਰੀ ਜੀ ਕਹਿੰਦੇ ਆ ਵੀ ਸੇਖੋਂ ਗੱਲ ਸੁਣ, ਇਹਨੂੰ ਜਰਾ ਰਿਕਾਰਡਿੰਗ ਤੇ ਲਾ ਲਾ। ਅੱਛਾ, ਲਾ ਵੀ। ਹਾਂ, ਉਹ ਕਹਿੰਦਾ ਜੀ ਦਾੜੀ ਤੇ ਫੇਰ ਕੇ ਹੱਥ ਮੁੱਛਾਂ ਨੂੰ ਦੇਖੇ ਤਾਂ ਕਹਿੰਦੇ ਰਿਕਾਰਡਿੰਗ ਤੇ ਲਾ। ਕਹਿੰਦਾ ਆਪਦਾ ਫੋਨ ਰਿਕਾਰਡਿੰਗ ਤੇ ਲਾ ਲਾ। ਉਹ ਕਹਿੰਦਾ ਜੀ ਲੱਗਿਆ ਹੀ ਹੁੰਦਾ ਹੈ। ਮੈਂ ਕਦੇ ਬੰਦ ਹੀ ਨਹੀਂ ਕੀਤਾ, ਪੱਕਾ ਹੀ ਰਿਕਾਰਡਿੰਗ ਤੇ ਲੱਗਾ। ਉਹ ਕਹਿੰਦਾ ਵੀ ਆਹ ਕੀ ਕਰ ਰਿਹਾ ਤੂੰ? ਉਹ ਕਹਿੰਦਾ ਜੀ ਜੋ ਕੁਛ ਮੈਂ ਕਰ ਰਿਹਾ ਆਪਣੀ ਡਿਊਟੀ ਨਿਭਾ ਰਿਹਾ, ਔਰ ਮਾਨਯੋਗ ਹਾਈ ਕੋਰਟ ਦਾ ਹੁਕਮ ਹੈ ਜੀ, ਉਸ ਹੁਕਮ ਦੇ ਮੁਤਾਬਕ ਮੈਂ ਆਪਦਾ ਕੰਮ ਕਰ ਰਿਹਾ, ਇਹ ਤੋਂ ਵੱਧ ਨਹੀਂ। ਕਹਿੰਦਾ ਕਹਿ ਦੇ ਹਾਈ ਕੋਰਟ ਨੂੰ ਕਿ ਮੰਤਰੀ ਨਹੀਂ ਮੰਨਦਾ। ਅੱਛਾ, ਉਹਦਾ ਜੀ ਮੈਂ ਤਾਂ ਕਹਿ ਨਹੀਂ ਸਕਦਾ, ਮੈਂ ਤਾਂ ਮੁਲਾਜ਼ਮ ਹੈ। ਕਾਫੀ ਝਾੜ ਝੰਪ ਕੀਤੀ ਵੀ ਤੂੰ ਨਿਕਲ ਜਾ ਇੱਥੋਂ, ਜੋ ਕਰਤੇ ਬਾਹਰ ਕਰਤੇ ਮਕਾ ਕਰਮ ਕਾ ਕਰ। ਪਰ ਉਹ ਧੁੰਨ ਦਾ ਪੱਕਾ ਸੀ, ਉਹ ਆਪਦਾ ਕੰਮ ਕਰਦਾ ਗਿਆ। ਉਹਨੇ ਦਾਨੇਵਾਲੀਆ ਸਾਹਿਬ ਬਣਾ ਲਈ ਇੱਕ ਰਿਪੋਰਟ। ਅੱਛਾ ਜੀ। ਉਸ ਰਿਪੋਰਟ ਦੇ ਵਿੱਚ ਕਈ ਵੱਡੇ ਵੱਡੇ ਲੋਕ ਹੈ ਜਿਹੜੇ ਉਹ ਫਸਦੇ ਸੀ। ਉਹ ਉਹਨੇ ਫੜਾਤੀ ਆਪਣੀ ਮੰਤਰੀ ਜੀ ਨੂੰ, ਨਵਜੋਤ ਸਿੰਘ ਸਿੱਧੂ ਨੂੰ, ਵੀ ਆਹ ਲਓ ਜੀ। ਕਾਸ਼ੂ ਮੰਤਰੀ ਸੀ, ਉਹਦੇ ਨਾਲ ਪੰਗਾ ਪਿਆ ਤੇ ਨਵਜੋਤ ਸਿੰਘ ਸਿੱਧੂ ਇਹਦਾ ਮਹਿਕਮੇ ਦਾ ਮੰਤਰੀ। ਹਾਂ, ਕਿ ਆਹ ਲਓ ਜੀ ਤੁਸੀਂ ਇੱਥੇ ਕਰੋ ਕਾਰਵਾਈ। ਨਵਜੋਤ ਸਿੰਘ ਸਿੱਧੂ ਨੇ ਕਾਰਵਾਈ ਕਿੰਨੀ ਕੀਤੀ ਇਹਦੀ ਤਾਂ ਆਪਾਂ ਨੂੰ ਜਾਣਕਾਰੀ ਨਹੀਂ ਜੀ, ਪਰ ਹੁੰਦਿਆਂ ਕਰਦਿਆਂ ਕਰਾਉਂਦਿਆਂ ਕੀ ਹੋਇਆ ਕਿ ਆਸ਼ੂ ਇੰਨਾ ਖਫਾ ਹੋ ਗਿਆ ਕਿ ਉਹਨੇ ਕੰਪਲੇਂਟ ਕਰਤੀ ਬਲਵਿੰਦਰ ਸਿੰਘ ਸੇਖੋਂ ਦੀ ਕਿ ਜੀ ਮੈਨੂੰ ਇਹਦੇ ਨਾਲ ਮਿਸਬਿਹੇਵ ਕੀਤਾ ਹੈ ਜੀ। ਇੱਕ ਜਿਹੜਾ ਹੈਗਾ ਪੁਲਿਸ ਅਫਸਰ ਨੇ ਇੱਕ ਮੰਤਰੀ ਦੇ ਨਾਲ ਜਿਹੜਾ ਹੈਗਾ ਠੀਕ ਤਰੀਕੇ ਨਾਲ ਨਹੀਂ ਬਿਹੇਵ ਕੀਤਾ, ਮੇਰੇ ਨਾਲ ਮਾੜਾ ਵਰਤਾਓ ਕੀਤਾ ਹੈ ਜੀ। ਇਸ ਕਰਕੇ ਜੀ ਇਹਦੇ ਖਿਲਾਫ ਕਾਰਵਾਈ ਕੀਤੀ ਜਾਵੇ ਜੀ। ਮਹਿਕਮੇ ਨੇ ਜੀ ਉਹਨੂੰ ਸਸਪੈਂਡ ਕਰਤਾ। ਤੇ ਉਦੋਂ ਤੋਂ ਲੈ ਕੇ ਦਾਨੇਵਾਲੀਆ ਸਾਹਿਬ ਉਹ ਆਪਣੀ ਸਰਵਿਸ ਦੇ ਆਖਰੀ ਦਿਨ ਤੱਕ ਸਸਪੈਂਡ ਰਿਹਾ। ਤੇ ਜਿੱਦੇ ਉਹਨੇ ਰਿਟਾਇਰ ਹੋਣਾ ਸੀ ਇੱਕ ਦਿਨ ਪਹਿਲਾਂ, ਉਦੋਂ ਹੀ
ਅੱਛਾ ਉਦਾਂ ਨਹੀਂ ਰਿਟਾਇਰਮੈਂਟ ਵਾਲੇ ਦਿਨ ਹੁਕਮ ਆ ਗਿਆ ਕਿ ਤੈਨੂੰ ਡਿਸਮਿਸ ਕਰਤਾ ਸਰਵਿਸ ਲੈ ਚੱਕ ਵੀ ਮਿੱਤਰ ਉਹ ਬੰਦਾ ਸਰਵਿਸ ਤੋਂ ਡਿਸਮਿਸ ਹੋ ਗਿਆ ਹੂੰ ਹੂੰ ਖੈਰ ਉਹਨੇ ਹੌਸਲਾ ਨਹੀਂ ਹਾਰਿਆ ਹੂੰ ਹੂੰ ਉਹ ਕਹਿੰਦਾ ਹੁਣ ਸਿਸਟਮ ਦੇ ਨਾਲ ਲੜਾਈ ਲੜ ਗਈ ਜੀ ਪਹਿਲਾਂ ਤਾਂ ਦਾਨੇਵਾਲੀਆ ਸਾਹਿਬ ਨੇ ਇੱਕ ਸਿਵਲ ਕੇਸ ਦਾਇਰ ਕੀਤਾ ਲੁਧਿਆਣੇ ਦੀ ਕੋਰਟ 'ਚ ਹੂੰ ਹੂੰ ਕਿ ਜਿਹੜੀ ਮੈਂ ਰਿਪੋਰਟ ਦਿੱਤੀ ਸੀ ਜੀ ਉਸ ਰਿਪੋਰਟ ਦੇ ਆਧਾਰ ਦੇ ਉੱਤੇ ਕਾਰਵਾਈ ਹੋਵੇ ਜੀ ਮਾਨਯੋਗ ਅਦਾਲਤ ਕਹਿੰਦੀ ਦੱਸੋ ਜੀ ਤੁਸੀਂ ਕਿਹਨੂੰ ਬੁਲਾਉਣਾ ਹੈ ਉਹ ਕਹਿੰਦਾ ਜੀ ਉਹ ਫਾਈਲ ਮੰਗਵਾ ਲਓ ਹੂੰ ਹੂੰ ਤੇ ਨਾਲ ਮੰਤਰੀ ਜੀ ਨੂੰ ਵੀ ਸੱਦ ਲਓ ਉਸ ਵੇਲੇ ਦੇ ਜਿਹੜੇ ਲੋਕਲ ਬਾਡੀ ਮਿਨਿਸਟਰ ਸੀ ਨਵਜੋਤ ਸਿੰਘ ਸਿੱਧੂ ਆ ਜਾਣ ਤੇ ਆ ਕੇ ਉਹ ਆਪਣੀ ਗੱਲ ਕਰਨ ਹੂੰ ਹੂੰ ਦੱਸਣ ਆ ਕੇ ਸਵਾਲ ਪੁੱਛਾਂਗੇ ਉਹਨਾਂ ਨੂੰ ਮੰਤਰੀ ਜੀ ਜੇਲ੍ਹ 'ਚ ਹੈ ਸੰਮਨ ਤਮੀਲ ਹੋ ਗਏ ਤੇ ਜਦੋਂ ਮੰਤਰੀ ਜੀ ਨੂੰ ਕਿਹਾ ਵੀ ਆਓ ਤੇ ਮੰਤਰੀ ਜੀ ਨੇ ਫਿਰ ਉਹਦੇ ਤੇ ਆਨਾਕਾਨੀ ਕਰਨੀ ਸ਼ੁਰੂ ਕਰਤੀ ਹੂੰ ਹੂੰ ਕਦੇ ਕੋਈ ਬਹਾਨਾ ਹਾਈ ਕੋਰਟ ਤੱਕ ਜਾ ਕੇ ਜੀ ਉਹਨਾਂ ਨੇ ਆ ਕੇ ਆਪਣੀ ਛੋਟ ਲੈ ਲਈ ਕਿ ਜੀ ਨਹੀਂ ਜਾ ਸਕਦੇ ਜੀ ਉਹ ਕੋਰਟ ਦੇ ਵਿੱਚ ਨਹੀਂ ਗਏ ਫਿਰ ਉਹਨੇ ਕਿਹਾ ਜੀ ਵੱਡੇ ਵੱਡੇ ਅਫਸਰ ਸੱਦ ਲਓ ਜਿਹੜੇ ਉਸ ਵੇਲੇ ਦੇ ਸੀ ਹੂੰ ਹੂੰ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਦੇ ਪ੍ਰਿੰਸੀਪਲ ਸੈਕਟਰੀ ਹੈ ਜਿਹੜੇ ਜੀ ਇਹ ਵੇਨੂ ਪ੍ਰਸ਼ਾਦ ਹਾਂਜੀ ਇਹ ਲੋਕਲ ਬਾਡੀਜ਼ ਦੇ ਉਸ ਵੇਲੇ ਪ੍ਰਿੰਸੀਪਲ ਸੈਕਟਰੀ ਹੁੰਦੇ ਸੀ ਅੱਛਾ ਉਹ ਕਹਿੰਦਾ ਜੀ ਉਹਨਾਂ ਨੂੰ ਸੱਦ ਲਓ ਹੂੰ ਹੂੰ ਉਹਨਾਂ ਨੂੰ ਸੱਦ ਲਿਆ ਉਹ ਕਹਿੰਦੇ ਜੀ ਫਾਈਲ ਤਾਂ ਆਈ ਜ਼ਰੂਰ ਸੀ ਤੇ ਪਤਾ ਨਹੀਂ ਫਾਈਲ ਕਿੱਥੇ ਹੈ ਤਾਂ ਫਾਈਲ ਕੀ ਖੰਭ ਲਾ ਕੇ ਫਾਈਲ ਉੱਡ ਗਈ ਜੀ ਹੂੰ ਹੂੰ ਹੁਣ ਜਿਹੜੇ ਬੰਦੇ ਨੇ ਠੀਕ ਇਨਕੁਆਇਰੀ ਕਰਤੀ ਉਹ ਫਾਈਲ ਗਾਇਬ ਹੈ ਹੂੰ ਹੂੰ ਉਹ ਮਾਮਲਾ ਤਾਂ ਉੱਥੇ ਰੁਕ ਗਿਆ ਉਹਨੇ ਫਿਰ ਕਿਹਾ ਜੀ ਲੜਾਈ ਆਪਾਂ ਲੜ ਲਈ ਕੁਝ ਹੋਰ ਬੰਦੇ ਤੁਹਾਡੇ ਵਰਗੇ ਆਪਦੇ ਵਰਗੇ ਉਹਨੇ ਨਾਲ ਰਲਾਏ ਜੀ ਆਪਦੇ ਨਾਲ ਰਲਾਏ ਕਿ ਤੇ ਉਹਨੇ ਕਿਹਾ ਜੀ ਚਲੋ ਲੜਾਈ ਲੜਦੇ ਆ ਹੂੰ ਹੂੰ ਲੜਾਈ ਦੇ ਵਿੱਚ ਜਿਹੜਾ ਬਰਨਿੰਗ ਇਸ਼ੂ ਆ ਪੰਜਾਬ 'ਚ ਨਸ਼ਿਆਂ ਦਾ ਹੈ। ਹੂੰ ਹੂੰ ਨਸ਼ਿਆਂ ਦੇ ਮਾਮਲੇ ਦੇ ਉੱਤੇ ਵੀ ਲੜਾਈ ਲੜਨੀ ਸ਼ੁਰੂ ਕਰਤੀ ਉਹਨੇ ਆ ਕੇ ਇਲਜ਼ਾਮ ਲਾਇਆ ਵੀ ਕਿ ਕੁਝ ਵੱਡੇ ਪੁਲਿਸ ਅਫਸਰ ਇਹਦੇ ਵਿੱਚ ਇਨਵੋਲਵ ਹੈ ਹੂੰ ਹੂੰ ਉਹ ਇਲਜ਼ਾਮ ਜਿਹੜਾ ਉਹਨੇ ਲਾਇਆ ਉਹਨੇ ਕਿਹਾ ਵੀ ਇਹ ਇਲਜ਼ਾਮ ਉਸ ਰਿਪੋਰਟ ਤੇ ਆਧਾਰਿਤ ਹੈ ਹੂੰ ਹੂੰ ਜਿਹੜੀ ਰਿਪੋਰਟ ਚਟੋਪਾਧਿਆਇ ਕਮੇਟੀ ਨੇ ਕੀਤੀ ਸੀ ਅੱਛਾ ਜੀ ਰਿਪੋਰਟਾਂ ਚਟੋਪਾਧਿਆਇ ਕਮੇਟੀ ਨੇ ਮੇਰਾ ਖਿਆਲ ਹੈ ਇੱਕ ਤੋਂ ਵੱਧ ਬਣਾਈਆਂ ਸ਼ਾਇਦ 3 ਜਾਂ 4 ਸੀ ਠੀਕ ਹੈ ਜੀ ਉਹ ਜਿਹੜੀ ਚਟੋਪਾਧਿਆਇ ਕਮੇਟੀ ਸੀ SIT ਸੀ ਉਹ ਬਣਾਈ ਸੀਗੀ ਮਾਨਯੋਗ ਹਾਈ ਕੋਰਟ ਨੇ ਹੂੰ ਹੂੰ ਉਹਦੇ ਵਿੱਚ ਜਿਹੜੀ ਵੱਡੀ ਗੱਲ ਸੀ ਦਾਨੇਵਾਲੀਆ ਸਾਹਿਬ ਉਹ ਇਹ ਸੀ ਕਿ ਨਸ਼ਿਆਂ ਦੇ ਕਾਰੋਬਾਰ ਦੇ ਵਿੱਚ ਕੀ ਕੁਛ ਹੈ ਤੇ ਕਮੇਟੀ ਬਣਾਉਣ ਦੀ ਲੋੜ ਕਿਉਂ ਪੈ ਗਈ ਹੂੰ ਹੂੰ ਇੰਦਰਜੀਤ ਸਿੰਘ ਇੱਕ ਇੰਸਪੈਕਟਰ ਹੁੰਦੇ ਸੀ ਜੀ ਉਹਨਾਂ ਨੂੰ ਫੜਿਆ ਸੀ ਵਿਜੀਲੈਂਸ ਵਾਲਿਆਂ ਨੇ ਹੂੰ। ਸੌਰੀ STF ਵਾਲਿਆਂ ਨੇ ਹਰਪ੍ਰੀਤ ਸਿੰਘ ਸਿੱਧੂ ਦੀ ਅਗਵਾਈ ਵਾਲੀ ਜਿਹੜੀ SIT ਸੀ ਕੈਪਟਨ ਅਮਰਿੰਦਰ ਸਿੰਘ ਦੀ ਜੀ। ਸਰਕਾਰ ਵੇਲੇ ਹੂੰ ਹੂੰ ਉਹਦੇ ਕੋਲੋਂ ਨਜਾਇਜ਼ ਅਸਲਾ ਵੀ ਬਰਾਮਦ ਹੋਇਆ ਨਸ਼ਾ ਪੱਤਾ ਵੀ ਬਰਾਮਦ ਹੋਇਆ ਸਾਰਾ ਕੁਝ ਹੋਇਆ ਤੇ ਉਹਦਾ ਜਿਹੜਾ ਪਿਛਲਾ ਉਹਨਾਂ ਨੇ ਰਿਕਾਰਡ ਫਰੋਲ ਕੇ ਦੇਖਿਆ ਫਾਈਲਾਂ ਫਰੋਲ ਕੇ ਦੇਖੀਆਂ ਉਹਨਾਂ ਫਾਈਲਾਂ ਤੋਂ ਪਤਾ ਲੱਗਦਾ ਸੀ ਕਿ ਮੁਕੱਦਮੇ ਵੀ ਬਣਾਉਂਦਾ ਸੀ ਹੂੰ 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 ਤੇ ਨਾਲ ਫਿਰ ਸੌਦੇਬਾਜ਼ੀ ਕਰਕੇ ਮੁਕੱਦਮੇ ਨੂੰ ਇਹਨਾਂ ਕਮਜ਼ੋਰ ਕਰ ਦਿੰਦਾ ਸੀ ਕਿ ਬੰਦੇ ਨੂੰ ਬਰੀ ਵੀ ਕਰਾ ਦਿੰਦਾ ਸੀ ਉਹ ਤਰਨ ਦੇ ਇਲਾਕੇ ਦੀਆਂ ਉਹਨਾਂ ਨੇ ਫਾਈਲਾਂ ਕੱਢ ਕੇ ਸਾਰੀਆਂ ਜਿਹੜੀਆਂ ਉਹਦਾ ਜਦੋਂ ਐਨਾਲਿਸਿਸ ਕੀਤਾ ਉਹਦੀ ਸਮੀਖਿਆ ਕੀਤੀ ਦੇਖਿਆ ਕਿ ਆਹ ਕੁਛ ਹੁੰਦਾ ਉਹਦੇ ਆਧਾਰ ਦੇ ਉੱਤੇ ਉਹਦੇ ਤੇ ਰੇਡ ਕੀਤੀ ਸੀ ਫੜ ਕੇ ਤੇ ਉਹ ਅਸਲਾ ਵਗੈਰਾ ਵੀ ਮਿਲ ਗਿਆ ਹੂੰ ਹੂੰ ਫਿਰ ਜਦੋਂ ਉਹਦੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਤੇ ਉਹਨੇ ਫਿਰ ਨਾਲ ਇੱਕ SSP ਦਾ ਨਾਮ ਵੀ ਲੈਤਾ ਜੀ ਰਾਜਜੀਤ ਸਿੰਘ ਹੂੰ ਹੂੰ ਕਿ ਜੀ ਉਹ SSP ਹੈ ਜਿਹੜਾ ਹੈਗਾ ਉਹਨੂੰ ਵੀ ਜਾਂਦਾ ਸੀ ਸਾਰਾ ਮਾਲ ਜੀ ਹਰਪ੍ਰੀਤ ਸਿੰਘ ਸਿੱਧੂ ਹੋਰਾਂ ਦੀ STF ਉਧਰ ਨੂੰ ਹੋ ਗਈ ਹੂੰ ਹੂੰ ਤੇ ਜਿਹੜੇ ਉਹ ਰਾਜਜੀਤ ਸਿੰਘ SSP ਸੀ ਹੂੰ ਹੂੰ ਉਹ ਤੁਰ ਗਏ ਜੀ ਹਾਈ ਕੋਰਟ ਨੂੰ ਜੀ ਉਹਨਾਂ ਨੇ ਹਾਈ ਕੋਰਟ ਜਾ ਕੇ ਐਪਲੀਕੇਸ਼ਨ ਪਾਤੀ ਕਿ ਜੀ ਮੈਨੂੰ ਜਿਹੜੀ ਹੈਗੀ ਆ ਇਹ ਚਟੋਪਾਧਿਆਇ ਵਾਲੀ ਹੂੰ ਹੂੰ ਕਮੇਟੀ ਜਿਹੜੀ ਤੁਸੀਂ ਬਣਾਈ ਹੈ ਇਹ ਨਹੀਂ ਚਾਹੀਦੀ ਜੀ ਇਹ ਤਾਂ ਮੇਰੇ ਨਾਲ ਖਫਾ ਹੁੰਦੇ ਆ ਜੀ ਫਲਾਣਾ ਹੁੰਦੇ ਧਮਕਾ ਹੁੰਦੇ ਸੌਰੀ ਚਟੋਪਾਧਿਆਇ ਵਾਲੀ ਕਮੇਟੀ ਦੂਸਰੀ ਕਮੇਟੀ ਨਹੀਂ ਆਪਣੀ ਹਰਪ੍ਰੀਤ ਸਿੰਘ ਵਾਲਾ STF ਨਹੀਂ ਚਾਹੀਦਾ ਮੈਂ ਗਲਤ ਕਹਿ ਗਿਆ ਸੀ ਜੀ ਜੀ ਉੱਥੋਂ ਫਿਰ ਹਾਈ ਕੋਰਟ ਨੇ STF ਬਣਾਤੀ ਸੀ ਅੱਛਾ ਜੀ ਕਿ ਤੁਸੀਂ ਇਹ ਸਾਰੇ ਮਾਮਲੇ ਦੇਖੋ ਉਹ ਆਪਣੇ ਜਿਹੜੀ ਚਟੋਪਾਧਿਆਇ ਕਮੇਟੀ ਸੀ ਚਟੋਪਾਧਿਆਇ ਕਮੇਟੀ ਨੇ ਦੇਖਿਆ ਹੂੰ ਹੂੰ ਤੇ ਉਹਨਾਂ ਨੇ ਦੇਖਿਆ ਜੀ ਵੀ ਇਹ ਤਾਂ ਸਾਰਾ ਕੁਝ ਕਾਲਾ ਮਾਲਾ ਹੈ ਹੀ ਹੈ ਜੀ ਤੇ ਪੈੜ ਤਾਂ ਵੱਡੇ ਘਰਾਂ ਨੂੰ ਜਾਂਦੀ ਹੈ ਵੱਡੇ ਘਰਾਂ ਤੁਰ ਗਈ ਹੈ ਵੱਡੇ ਘਰਾਂ 'ਚ ਪਾਓ ਵੱਡੇ ਪੁਲਿਸ ਅਫਸਰਾਂ ਨੂੰ ਉਹਨਾਂ ਨੂੰ ਜਾਂਦੀ ਹੈ ਉਹਨੇ ਫਿਰ ਕਿਹਾ ਵੀ ਆਓ ਆਪਾਂ ਰਿਪੋਰਟ ਦੇਈਏ ਉਹਦੇ ਨਾਲ ਦੇ ਸਾਥੀਆਂ ਨੇ ਬਾਕੀ ਰਿਪੋਰਟਾਂ ਤੇ ਦਸਤਖਤ ਕਰਤੇ ਲੇਕਿਨ ਜਿਹਦੇ ਵਿੱਚ ਵੱਡੇ ਅਫਸਰ ਸੀ ਉੱਥੇ ਉਹਨਾਂ ਨੇ ਇਨਕਾਰ ਕਰਤਾ ਤੇ ਉਹਨੇ ਇਕੱਲੇ ਨੇ ਲਿਖ ਕੇ ਦਿੱਤੀ ਸੀ ਹੂੰ ਹੂੰ ਇਹਦੇ ਵਿੱਚ ਉਹ ਨਾਲ ਆਪਣੀ ਤੁਹਾਡੀ ਭੋਲਾ ਡਰੱਗ ਐਕਟ ਵਾਲੀ ਵੀ ਆ ਗਈ ਸੀ ਮਜੀਠੀਆ ਵਾਲਾ ਮਾਮਲਾ ਵੀ ਆ ਗਿਆ ਸੀ ਮਜੀਠੀਆ ਦੇ ਖਿਲਾਫ ਕੇਸ ਰਜਿਸਟਰ ਹੋ ਗਿਆ ਸੀ ਤੁਹਾਨੂੰ ਪਤਾ ਚੰਨੀ ਸਰਕਾਰ ਬਿਲਕੁਲ ਬਿਲਕੁਲ ਉਹ 5-6 ਮਹੀਨੇ ਅੰਦਰ ਲਾ ਕੇ ਆਏ ਮਜੀਠੀਆ ਸਾਹਿਬ ਅੱਜ ਕੱਲ ਉਹ ਜ਼ਮਾਨਤ ਤੇ ਤੇ ਦੁਬਾਰਾ ਫੇਰ ਮਾਨ ਸਰਕਾਰ ਨੇ ਉਹਨੂੰ ਚੈਲੰਜ ਕੀਤਾ ਹੋਇਆ ਸੁਪਰੀਮ ਕੋਰਟ ਚ ਹਾਈ ਕੋਰਟ ਦੇ ਹੁਕਮ ਨੂੰ ਗਰਾਰੀ ਚੰਗੀ ਫਸੀ ਵੀ ਉੱਥੇ ਫਸੀ ਹੋਈ ਹੈ ਲੇਕਿਨ ਜਿਹੜੀ ਪੁਲਿਸ ਅਫਸਰਾਂ ਦੀ ਰਿਪੋਰਟ ਆ ਜਗਜਾਰ ਨਹੀਂ ਸੀ ਹੋਈ ਜੀ ਉਹਦੇ ਤੇ ਜਿਹੜੇ ਪਟੀਸ਼ਨਰ ਸੀ ਨਵਕਿਰਨ ਸਿੰਘ ਉਹਨਾਂ ਨੇ ਵੀ ਇੱਕ ਪਟੀਸ਼ਨ ਪਾਈ ਸੀ ਉਹਨਾਂ ਨੇ ਕਿਹਾ ਜੀ ਆਹ ਰਿਪੋਰਟ ਖੋਲੋ ਉਸ ਰਿਪੋਰਟ ਦੇ ਸੰਬੰਧ ਵਿੱਚ ਫਿਰ ਇਹ ਜਿਹੜੀ ਸੁਣਵਾਈ ਸੀ ਪਿੱਛੇ ਜੇ ਉਸ ਸੁਣਵਾਈ ਵੇਲੇ ਕੋਰਟ ਦੇ ਵਿੱਚ ਚਲੇ ਗਏ ਬਲਵਿੰਦਰ ਸਿੰਘ ਸੇਖੋਂ ਅੱਛਾ ਜੀ ਤੇ ਇਹਨਾਂ ਦੇ ਨਾਲ ਇੱਕ ਪ੍ਰਦੀਪ ਕੁਮਾਰ ਨਾਂ ਦਾ ਬੰਦਾ ਹੈ ਉਹ ਦੋਨੋਂ ਚਲੇ ਗਏ ਜਾ ਕੇ ਉੱਥੇ ਜਦੋਂ ਗੱਲ ਕਰਨ ਲੱਗੇ ਉੱਥੇ ਇਹਨਾਂ ਨੇ ਆਪਣਾ
ਗੱਲ ਕਰਨੀ ਸ਼ੁਰੂ ਕਰਤੀ। ਜੱਜ ਸਾਹਿਬਾਨ ਕਹਿੰਦੇ ਤੁਸੀਂ ਕੌਣ ਹੋ? ਕਹਿੰਦੇ ਜੀ ਅਸੀਂ ਨਾਗਰਿਕਾਂ, ਜਾਂ ਸਾਡੀ ਕੋਈ ਮਾੜੀ ਮੋਟੀ ਪਟੀਸ਼ਨ ਹੋ, ਕਹਿੰਦੇ ਬਾਹਰ ਚਲੇ ਜਾਓ ਜੀ। ਬਾਹਰ ਜਾਣ ਤੋਂ ਜਦੋਂ ਇਹਨਾਂ ਨੇ ਇਨਕਾਰ ਕੀਤਾ, ਉਹਨਾਂ ਨੇ ਮਾਰਸ਼ਲਸ ਨੂੰ ਹੁਕਮ ਦਿੱਤਾ ਵੀ ਇਹਨਾਂ ਨੂੰ ਬਾਹਰ ਲੈ ਕੇ ਜਾਓ, ਤੇ ਨਾਲ ਉਹਨਾਂ ਨੇ ਕਿਹਾ ਕਿ ਤੁਸੀਂ ਅਦਾਲਤ ਦੀ ਹੱਦ ਤੱਕ ਕੀਤੀ ਆ ਕੇ, ਤੇ ਅਦਾਲਤ ਹੱਦ ਤੱਕ ਦਾ ਨੋਟਿਸ ਦੇਤਾ। ਅੱਛਾ ਜੀ। ਉਹ ਨੋਟਿਸ ਦੇਤਾ, ਉਦੋਂ ਹੀ ਬਲਵਿੰਦਰ ਸਿੰਘ ਸੇਖੋਂ ਨੇ ਕਹਿਤਾ ਸੀ ਵੀ ਮੈਨੂੰ ਤਾਂ ਪਤਾ ਮੇਰੇ ਨਾਲ ਜਿਹੜੀ ਹੋਣੀ ਹੈ ਤੇ ਮੈਂ ਤਿਆਰ ਬੈਠਾ। ਤੇ ਮੇਰੇ ਨਾਲ ਉਹਨੇ ਇੱਕ ਇੰਟਰਵਿਊ ਦੇ ਵਿੱਚ ਇਹ ਵੀ ਕਿਹਾ ਸੀ ਕਿ ਇਹ ਤੋਂ ਬਾਅਦ ਪਹਿਲਾਂ ਮੇਰੇ ਤੇ 2 ਵਾਰੀ ਹਮਲਾ ਵੀ ਕਰਵਾਇਆ ਗਿਆ। ਮੇਰੀ ਜਿਹੜੀ ਹੈਗੀ ਹੈ ਕਾਰ ਦਾ ਐਕਸੀਡੈਂਟ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ, ਪਰ ਮੈਂ ਬਚ ਗਿਆ। ਖੈਰ ਉਹ ਤੇ ਹੋਇਆ, ਤੇ ਉਹ ਕਹਿੰਦਾ ਜੀ ਮੈਂ ਤਾਂ ਤਿਆਰ ਬੈਠਾ। ਉਸ ਤੋਂ ਬਾਅਦ ਦਾਨੇਵਾਲ ਸਾਹਿਬ ਇੱਕ ਇੰਟਰਵਿਊ ਕੀਤੀ ਸਕਰੌਲ ਵਾਲਿਆਂ ਨੇ ਉਹਦੇ ਨਾਲ ਜੀ। ਉਸ ਇੰਟਰਵਿਊ ਦੇ ਵਿੱਚ ਉਹਨੇ ਜੱਜ ਸਾਹਿਬਾਨ ਦੇ ਪ੍ਰਤੀ ਜਿਹੜੀ ਹੈਗੀ ਹੈ ਕੁਝ ਅਜਿਹੀ ਭਾਸ਼ਾ ਇਸਤੇਮਾਲ ਕੀਤੀ ਜੀ, ਜਿਹੜੀ ਭਾਸ਼ਾ ਜਿਹੜੀ ਹੈ ਉਹਨੇ ਅਦਾਲਤ ਨੂੰ ਹੋਰ ਉਤੇਜਿਤ ਕਰਤਾ। ਅਦਾਲਤ ਨੇ ਕੱਲ ਫਿਰ ਇੱਕ ਨੋਟਿਸ ਜਾਰੀ ਕਰ, ਆਪਣਾ ਇੱਕ ਹੁਕਮ ਜਾਰੀ ਕਰਤਾ ਜੀ, ਕਿ ਪਹਿਲਾ ਨੋਟਿਸ ਜਾਰੀ ਹੋਇਆ ਸੀ ਕੰਟੈਂਪਟ ਆਫ ਕੋਰਟ ਦਾ। ਉਸ ਨੋਟਿਸ ਦੇ ਬਾਵਜੂਦ ਵੀ ਜਿਹੜੀ ਇਹਨਾਂ ਨੇ ਇਹ ਬੈਠ ਕੇ ਇੰਟਰਵਿਊ ਦਿੱਤੀ ਹੈ ਜੀ, ਇਹ ਇੱਕ ਜਿਹੜੀ ਹੈਗੀ ਹੈ ਘੋਰ ਉਲੰਘਣਾ ਹੈ ਕਾਨੂੰਨ ਦੀ ਜੀ। ਤੇ ਉਹਨਾਂ ਨੇ ਕਹਿਤਾ ਜੀ ਇਹਨਾਂ ਨੂੰ ਲਿਆਓ ਫੜ ਕੇ ਤੇ ਦਿਓ ਅੰਦਰ। ਉਹਨਾਂ ਨੂੰ ਤਾਂ ਅੰਦਰ ਦੇਣ ਦਾ ਹੁਕਮ ਕਰਤਾ, ਤੇ ਸਕਰੌਲ ਵਾਲੇ ਜਿਸ ਪੱਤਰਕਾਰ ਨੇ ਇੰਟਰਵਿਊ ਲਈ ਸੀ ਉਹਨੂੰ ਕਹਿਤਾ ਭਾਈ ਤੂੰ ਆ ਕੇ ਹੋ ਅਦਾਲਤ 'ਚ ਪੇਸ਼ ਜੀ। ਨਾਲ ਹੀ ਫੇਸਬੁੱਕ ਵਗੈਰਾ ਤੇ ਜਿਹੜਾ ਸੋਸ਼ਲ ਮੀਡੀਆ ਵਾਲਾ ਹੋਰ ਸੀ ਪਲੇਟਫਾਰਮ ਪਾਰਟੀ, ਉਹਨਾਂ ਨੂੰ ਵੀ ਉਹਨਾਂ ਨੂੰ ਪਾਰਟੀ ਬਣਾ ਕੇ ਹੁਣ ਕੱਲ ਜਦੋਂ ਆਰਡਰ ਜਾਰੀ ਕੀਤੇ ਜੀ, ਤੇ ਆਰਡਰ ਇਮੀਡੀਏਟ ਪਹੁੰਚ ਗਏ ਲੁਧਿਆਣੇ ਜੀ। ਤੇ ਫਿਰ ਬਲਵਿੰਦਰ ਸਿੰਘ ਸੇਖੋਂ ਹੋਰਾਂ ਨੂੰ ਕਰ ਲਿਆ ਗ੍ਰਿਫਤਾਰ ਹੋਣ ਤੋਂ ਬਾਅਦ ਬਲਵਿੰਦਰ ਸਿੰਘ ਸੇਖੋਂ ਨੇ ਕਹਿਤਾ ਜੀ ਮੈਂ ਬਿਲਕੁਲ ਆਪਣੇ ਸਟੈਂਡ ਦੇ ਉੱਤੇ ਖੜਾ, ਮੈਂ ਉੱਥੇ ਹੀ ਹਾਂ, ਜੋ ਮੈਂ ਕਿਹਾ ਸੀ ਮੈਂ ਠੀਕ ਹੈ, ਤੇ ਮੈਂ ਜੇਲ੍ਹ ਨੂੰ ਜਾਣ ਨੂੰ ਤਿਆਰ ਹਾਂ, ਜੋ ਵੀ ਕੁਰਬਾਨੀ ਦੇਣੀ ਪੈਣੀ ਉਹ ਮੈਂ ਦੇਊਂਗਾ। ਹੁਣ ਇਹਦੇ ਤੇ ਸਵਾਲ ਵੱਡਾ ਇਹ ਪੈਦਾ ਹੁੰਦਾ ਕਿ ਕੀ ਅਦਾਲਤ ਨੇ ਠੀਕ ਕੀਤਾ? ਜਿੱਥੋਂ ਤੱਕ ਅਦਾਲਤ ਦਾ ਸਬੰਧ ਹੈ, ਜੇ ਉਹ ਕਹਿੰਦੇ ਜੀ ਅਦਾਲਤ ਦੀ ਹੱਦ ਤੱਕ ਹੋਈ ਹੈ, ਨੋਟਿਸ ਦਿੱਤਾ, ਉਹਨਾਂ ਦਾ ਰਾਈਟ ਹੈ, ਦੇ ਸਕਦੇ ਹੈ। ਜੇ ਕੋਈ ਅਪਸ਼ਬਦ ਬੋਲੇ ਜਾਂ ਨਹੀਂ ਬੋਲਣੇ ਚਾਹੀਦੇ, ਫੈਸਲੇ ਦੇ ਉੱਤੇ ਤੁਸੀਂ ਨੁਕਤਾਚੀਨੀ ਕਰ ਲਓ, ਫੈਸਲੇ ਦੀ ਚੀਰ ਫਾੜ ਕਰ ਲਓ, ਉਹਨੂੰ ਗਲਤ ਕਹਿ ਲਓ, ਜੋ ਮਰਜ਼ੀ ਕਹਿ ਲਓ, ਪਰ ਕੋਰਟ ਨੂੰ ਨਹੀਂ ਕਰਨਾ ਚਾਹੀਦਾ। ਪਰ ਅਗਲੀ ਗੱਲ ਇਹ ਹੈ ਸੋਚਣ ਵਾਲੀ ਕਿ ਬਲਵਿੰਦਰ ਸਿੰਘ ਸੇਖੋਂ ਦਾ ਕੋਈ ਦਿਮਾਗ ਤਾਂ ਖਰਾਬ ਨਹੀਂ, ਉਹ ਅਦਾਲਤਾਂ ਪ੍ਰਤੀ ਜਾਂ ਸਿਸਟਮ ਪ੍ਰਤੀ ਇਹਨਾਂ ਖਫਾ ਕਿਉਂ ਹੈ? ਤੇ ਫਿਰ ਸਿਸਟਮ ਨੇ ਕਿਹੜਾ ਉਹਦੇ ਨਾਲ ਘੱਟ ਕੀਤੀ ਹੈ? ਬਿਲਕੁਲ। ਅਸਲ ਦੇ ਵਿੱਚ ਉਹਦੀ ਮਾਨਸਿਕ ਸਥਿਤੀ ਕੀ ਹੈ? ਲੋੜ ਇਸ ਗੱਲ ਦੀ ਹੈ ਕਿ ਉਹਦੀ ਮਾਨਸਿਕ ਸਥਿਤੀ ਜੇ ਇੱਥੋਂ ਤੱਕ ਹੋਈ ਹੈ, ਉਹ ਇੰਨਾ ਐਡਾਮੈਂਟ ਹੋਇਆ, ਉਹ ਇੰਨਾ ਖਰਵਾਪਨ ਉਹਦੇ ਸੁਭਾਅ ਦੇ ਵਿੱਚ ਆ ਗਿਆ, ਤੇ ਕਿਉਂ ਹੈ? ਜਾਂਚ ਇਹਦੀ ਹੋਣ ਦੀ ਲੋੜ ਹੈ। ਹੁਣ ਚਲੋ ਅਦਾਲਤ ਨੇ ਆਪਦਾ ਕੰਮ ਕਰਤਾ, ਉਹ ਜੇਲ੍ਹ ਚਲਾ ਗਿਆ। ਦਾਨੇਵਾਲ ਸਭ ਵੱਡੀ ਗੱਲ ਇਹ ਹੈ ਕਿ ਉਹ ਤੋਂ ਬਾਅਦ ਇੱਕ ਡਿਬੇਟ ਛਿੜਪੀ ਹੈ ਸੋਸ਼ਲ ਮੀਡੀਆ ਦੇ ਜ਼ਰੀਏ ਵੀ, ਆਮ ਲੋਕਾਂ ਦੇ ਵਿੱਚ ਵੀ। ਬਲਵਿੰਦਰ ਸਿੰਘ ਮੇਰਾ ਖਿਆਲ 20 ਬੰਦੇ ਨੇ ਤਾਂ ਮੈਨੂੰ ਪੁੱਛ ਲਿਆ ਜੀ, ਟੈਲੀਫੋਨ ਕਰ, ਕੱਲ ਆਪਣਾ ਪ੍ਰੋਗਰਾਮ ਤੁਹਾਡੀ ਸਿਹਤ ਠੀਕ ਨਹੀਂ ਸੀ, ਮੈਂ ਵੀ ਕੁਝ ਢਿੱਲਾ ਸੀ, ਟੈਲੀਫੋਨ ਕਰ ਕਰਕੇ ਲੋਕ ਪੁੱਛਦੇ ਹੈ ਕਿ ਤੁਸੀਂ ਬਲਵਿੰਦਰ ਸਿੰਘ ਸੇਖੋਂ ਬਾਰੇ ਕੀ ਗੱਲ ਕਰ ਰਹੇ ਹੋ ਜੀ। ਅਸੀਂ ਤਾਂ ਖੈਰ ਆਪਾਂ ਤਾਂ ਪਹਿਲੇ ਹੀ ਮਾਨਸਿਕ ਤੌਰ ਤੇ ਤਿਆਰ ਸੀ ਕਿ ਅਦਾਲਤਾਂ ਆਪਣੀ ਥਾਂ ਦੇ ਉੱਤੇ ਹੈ, ਪਰ ਜੇ ਕੋਈ ਇਸ ਕਿਸਮ ਦੀ ਇਨਸੀਡੈਂਟ ਵਾਪਰਦੀ ਹੈ, ਇਹਨੂੰ ਡਿਸਕਸ ਤਾਂ ਕਰਨਾ ਬਣਦਾ। ਅਸੀਂ ਤਾਂ ਕਰ ਹੀ ਰਹੇ ਹਾਂ, ਔਰ ਬਹੁਤ ਸਾਰੇ ਪਲੇਟਫਾਰਮ ਹੋਰ ਵੀ ਕਰ ਰਹੇ ਹੈ। ਜਿਹੜੇ ਨਹੀਂ ਵੀ ਕਰਨਾ ਚਾਹੁੰਦੇ ਉਹਨਾਂ ਨੂੰ ਵੀ ਲੋਕ ਤੁਖੜੀਆਂ ਦੇ ਰਹੇ ਕਿ ਤੇ ਬੋਲੋ। ਇਹਦੇ ਨਾਲ ਮੇਰੇ ਖਿਆਲ ਮੁਤਾਬਕ ਇੱਕ ਓਪੀਨੀਅਨ ਬਣਨੀ ਹੈ, ਔਰ ਇਹਦੇ ਚ ਨਾਲ ਇਹ ਹੈ ਕਿ ਮਾਨਯੋਗ ਅਦਾਲਤ ਨੂੰ ਇਹ ਵੀ ਚਾਹੀਦਾ ਹੈ ਕਿ ਜੇ ਬਲਵਿੰਦਰ ਸਿੰਘ ਸੇਖੋਂ ਨੇ ਕੋਈ ਤੁਹਾਡੀ ਅਵਗਿਆ ਕੀਤੀ ਹੈ ਤੁਹਾਡੇ ਹੁਕਮ ਦੀ, ਉਹਨੇ ਕੋਈ ਅਦਾਲਤ ਦੇ ਜਾਂ ਜੱਜ ਸਾਹਿਬਾਨ ਦੇ ਬਾਰੇ ਵਿੱਚ ਕੋਈ ਜਿਹੜੀ ਗਲਤ ਗੱਲ ਕਹੀ ਹੈ, ਉਹਦੀ ਸਜ਼ਾ ਤੁਸੀਂ ਉਹਨੂੰ ਦੇ ਰਹੇ ਹੋ, ਤੇ ਨਾਲ ਘੱਟੋ ਘੱਟ ਇਹ ਵੀ ਦੇਖ ਲਓ ਨਾ ਕਿ ਜਿਹੜੀ ਉਹਦੇ ਨਾਲ ਹੋਈ ਹੈ ਪੜਤਾਲ ਉਹਦੀ ਵੀ ਕਰੋ, ਕੱਲਾ ਨਾ ਮੰਨ ਜਾਓ ਉਹਨੂੰ। ਹਾਂਜੀ। ਇਸ ਕਰਕੇ ਸਿਸਟਮ ਨੂੰ ਜਿਹੜਾ ਹੈਗਾ ਦੇਖਣਾ ਚਾਹੀਦਾ ਕਿ ਕੋਈ ਖਰਾਬੀ ਜਿਹੜੀ ਹੈਗੀ ਹੈ, ਉਹ ਕਹਿੰਦੇ ਉਹਦੇ ਇੱਕ ਨੂੰ ਕੀ ਰੋਣੀ ਹੈ, ਸਭੇ ਮਰੇਗਾ, ਤੇ ਉਹ ਕੱਸੀ ਉੱਤੇ ਖੜ ਕੇ ਕਲੋਲਾ ਕੁੱਤੇ ਕਰਨਗੇ। ਹੁਣ ਹਾਲ ਤੇ ਵੀ ਕੁੱਤੇ ਕਲੋਲਾ ਕਰ ਰਹੇ ਹੈ ਜੀ। ਜਿਹੜੇ ਲੜਨ ਵਾਲੇ ਲੋਕ ਆ ਉਹ ਲੜੀ ਜਾਂਦੇ ਹੈ, ਲੁੱਟਣ ਵਾਲੇ ਲੋਕ ਲੁੱਟੀ ਜਾਂਦੇ ਹੈ। ਇਸ ਵਾਸਤੇ ਜ਼ਰੂਰੀ ਹੈ ਕਿ ਜਿਹੜਾ ਹੈਗਾ ਇਹਦੇ ਤੇ ਇੱਕ ਡਿਬੇਟ ਹੋਣੀ ਚਾਹੀਦੀ ਹੈ, ਡਿਬੇਟ ਚੱਲਣੀ ਚਾਹੀਦੀ ਹੈ ਸੋਸਾਇਟੀ ਦੇ ਵਿੱਚ, ਕਿਉਂਕਿ ਪੱਛਮੀ ਦੇਸ਼ਾਂ ਦੇ ਵਿੱਚ ਅਜਿਹੀ ਇੱਕ ਵੀ ਘਟਨਾ ਵਾਪਰਦੀ ਤੇ ਉਹਦੇ ਵਿੱਚ ਸਾਰਾ ਸਮਾਜ ਹੈ ਜਿਹੜਾ ਉਹ ਐਕਟਿਵ ਹੋ ਜਾਂਦਾ ਹੈ, ਸਾਰਾ ਸਮਾਜ ਜਿਹੜਾ ਹੈਗਾ ਉਹ ਸਰਗਰਮ ਹੋ ਜਾਂਦਾ, ਤੇ ਇੱਥੇ ਵੀ ਸਰਗਰਮੀ ਦੀ ਲੋੜ ਹੈ ਜੀ। ਤੇ ਉਧਰ ਅਮਿਤ ਰਤਨ ਦੇ ਰਤਨ ਰੋਸ਼ਨ ਨੇ ਕੀ ਰੋਸ਼ਨਾਈ ਖੜਾਈ ਹੈ ਜੀ? ਰਿਸ਼ਮ ਕੱਲ ਪੇਸ਼ ਹੋਇਆ ਜੀ, ਵਿਜੀਲੈਂਸ ਵਾਲਿਆਂ ਨੇ ਪੇਸ਼ ਕੀਤਾ, ਤੇ ਉੱਥੇ ਵਿਜੀਲੈਂਸ ਵਾਲਿਆਂ ਨੇ ਜਿਹੜੀ ਦਲੀਲ ਦਿੱਤੀ ਹੈ, ਪਹਿਲਾਂ ਤਾਂ ਤੁਹਾਨੂੰ ਪਤਾ ਹੀ ਹੈ ਕਿ ਰਿਸ਼ਮ ਦੇ ਕੋਲੋਂ 4 ਲੱਖ ਰੁਪਈਆ ਬਰਾਮਦ ਹੋ ਗਿਆ ਸੀ, ਗੱਡੀ 'ਚ ਹੋ ਗਿਆ, ਰੈੱਡ ਹੈਂਡਡ ਸਾਰਾ ਕੁਝ ਹੋ ਗਿਆ ਸੀ, ਆਪਾਂ ਉਹਨੂੰ ਡਿਸਕਸ ਕਰ ਚੁੱਕੇ ਹਾਂ। MLA ਸਾਹਿਬ ਕਹਿੰਦੇ ਆ ਵੀ ਮੇਰਾ ਤਾਂ ਇਹਦੇ ਨਾਲ ਕੋਈ ਲਾਗਾ ਦੇਗਾ ਹੀ ਨਹੀਂ, ਮੈਂ ਇਹ ਬੰਦੇ ਨੂੰ ਜਾਣਦਾ ਨਹੀਂ ਜੀ। ਹੁਣ ਖਬਰਾਂ ਨਿਕਲ ਕੇ ਆਉਣ ਲੱਗ ਗਈਆਂ ਕਿ ਉਹਨਾਂ ਜਮਾਤੀ ਸੀ ਤਾਂ ਉਹਨਾਂ ਦਾ, ਅੱਛਾ, ਇਕੱਠੇ ਪੜ੍ਹਦੇ ਰਹੇ, ਔਰ ਇਹ ਕੱਲਾ ਨਹੀਂ ਇੰਜੀਨੀਅਰ ਆ ਦੋਵੇਂ, ਉਹ ਵੀ 에ਅਰਟੈਲ ਚੋਂ ਹੀ ਆਇਆ। ਹਾਂ, ਉਹ ਇਹ ਕੱਲਾ ਰਿਸ਼ਮ ਨਹੀਂ, ਇੱਕ ਗੈਂਗ ਹੈ, ਜਮਾਤੀਆਂ ਦਾ ਗੈਂਗ ਹੈ। ਅੱਛਾ,
ਜਮਾਤੀਆਂ ਦਾ ਗੈਂਗ ਆਪਾਂ ਲੱਗੇ ਪਏ ਆ ਉਹਦੇ ਤੇ ਰਿਸਰਚ ਆਪਣਾ ਖੋਜ ਕਰਨ ਵਾਸਤੇ। ਅਗਲੇ ਦਿਨਾਂ ਦੇ ਵਿੱਚ ਆਪਾਂ ਸਾਰਾ ਕੁਝ ਉਹਨਾਂ ਦੇ ਨਾਂ ਵੀ ਦੱਸ ਦਿਆਂਗੇ ਵੀ ਕੌਣ ਕੌਣ ਹੈ। ਪੁੱਛਗਿੱਛ ਕੀਤੀ ਹੈ, ਪੁੱਛਗਿੱਛ ਦੇ ਵਿੱਚ ਵਿਜੀਲੈਂਸ ਵਾਲਿਆਂ ਨੂੰ ਕੀ ਕੁਝ ਮਿਲੇ ਤਾਂ ਉਹ ਵਿਜੀਲੈਂਸ ਵਾਲੇ ਜਾਣਦੇ ਹੈ। ਜਾਂ ਜਿਹੜੀ ਉਹਨਾਂ ਨੇ ਕੱਲ ਜਿਹੜੀ ਹੈਗੀ ਰਿਮਾਂਡ ਐਪਲੀਕੇਸ਼ਨ ਦਿੱਤੀ ਹੈ ਉਹਦੇ ਵਿੱਚ ਜਿਹੜੀਆਂ ਗੱਲਾਂ ਕਹੀਆਂ ਉਹ ਕੋਰਟ ਦੇ ਵਿੱਚ ਓਪਨ ਕੋਰਟ ਸੀ, ਉੱਥੇ ਗੱਲਾਂ ਆ ਗਈਆਂ ਤੇ ਆਪਾਂ ਉਹਦਾ ਜ਼ਿਕਰ ਕਰ ਸਕਦੇ ਹਾਂ ਜੀ। ਉੱਥੇ ਵਿਜੀਲੈਂਸ ਵਾਲੇ ਨੇ ਕਿਹਾ ਜੀ ਇਹ ਬੰਦੇ ਦੀ ਅਸੀਂ ਪੁੱਛਗਿੱਛ ਕੀਤੀ ਹੈ, 4 ਲੱਖ ਰੁਪਏ ਦੇ ਤੋਂ ਬਰਾਮਦ ਹੋ ਚੁੱਕੇ। ਇਹ ਤੋਂ ਇਲਾਵਾ ਇਹਨੇ ਹੋਰ ਵੀ ਪੈਸੇ ਸੀ ਇੱਕ ਲਏ ਸੀ ਨੰਬਰਦਾਰ ਇੱਕ ਤਾਂ ਜਿਹੜੇ ਹੈਗੇ ਜਿਹੜਾ ਮੁਦਈ ਹੈ ਪਿਰਤਪਾਲ ਨੇ ਜਦੋਂ ਉਹਦੇ ਨਾਲ ਮੀਟਿੰਗ ਕੀਤੀ ਹੈ ਤੇ ਜਿਹਦੇ ਵਿੱਚ ਸੌਦਾ ਮੁਕੰਮਲ ਹੋਇਆ ਉਹਦੇ ਵਿੱਚ ਪਹਿਲਾਂ ਮੰਗਿਆ ਸੀ 2 ਲੱਖ ਰੁਪਏ ਜੀ। ਉਹ ਕਹਿੰਦਾ 2 ਲੱਖ ਮੇਰੇ ਕੋਲ ਹੈ ਨਹੀਂ, ਤੁਸੀਂ ਅੱਜ ਲੈ ਲਓ ਮੈਥੋਂ 50,000, ਬਾਕੀ ਮੈਂ ਤੁਹਾਨੂੰ ਅਗਲੇ ਦਿਨਾਂ 'ਚ ਦੇ ਦੂੰਗਾ 4.5 ਲੱਖ ਰੁਪਏ। ਫਿਰ ਉਹਦੇ 'ਚ ਫੈਸਲਾ ਹੋ ਗਿਆ ਸੀ ਕਿ ਚਲੋ ਅੱਜ 50,000 ਤਾਂ ਦੇ। ਉਹਨੇ 50,000 ਫੜਾਤਾ, 50,000 ਲੈ ਕੇ ਉਹ ਚਲੇ ਗਏ ਜੀ। ਇਹ ਤੋਂ ਪਹਿਲਾਂ ਇੱਕ ਨੰਬਰਦਾਰ ਸੀ ਗੁਰਦਾਸ ਸਿੰਘ ਘੁੱਦੇ ਦਾ ਹੀ, ਅੱਛਾ, ਘੁੱਦੇ ਪਿੰਡ ਜੀ, ਘੁੱਦੇ ਪਿੰਡ ਦਾ ਸੀ। ਉਹ ਜਿਹੜਾ ਹੈਗਾ ਦਲਿਤ ਭਾਈਚਾਰੇ ਨਾਲ ਸੰਬੰਧਿਤ ਹੈ। ਉਹਨੇ ਨੰਬਰਦਾਰ ਵੈਸੇ ਮੁੰਡਾ ਡਿਜ਼ਰਵ ਕਰਦਾ ਸੀ ਨੰਬਰਦਾਰ, ਉਹਨੇ ਬਣਨਾ ਹੀ ਬਣਨਾ ਸੀ। ਪਰ ਕਿਉਂਕਿ ਜਦੋਂ ਇਧਰ ਬਾਹ ਪੈ ਗਿਆ ਉਹ ਕਹਿੰਦਾ ਵੀ ਨੰਬਰਦਾਰ ਉਨੀ ਦੇਰ ਨਹੀਂ ਬਣ ਸਕਦਾ ਜਿੰਨੀ ਦੇਰ ਤੱਕ ਮੇਰੇ ਵਾਲੇ ਪਾਸੋਂ ਗੱਲ ਨਹੀਂ ਚੰਦਾ ਨਹੀਂ ਚੜਦਾ। ਉਹ ਚੰਦਾ ਚੜਾਉਣ ਵਾਲੀ ਗੱਲ ਹੋ ਗਈ ਤੇ ਉਹ ਵੀ ਜਿਹੜਾ ਹੈਗਾ ਚੰਦਾ ਉਹ ਉਸੇ ਸਰਪੰਚ ਦੇ ਪਤੀ ਪਿਰਤਪਾਲ ਦੇ ਰਾਹੀਂ ਗਿਆ ਸੀ। ਅੱਛਾ ਜੀ। ਪਿਰਤਪਾਲ ਨੇ 2.5 ਲੱਖ ਰੁਪਇਆ ਉਹ ਆਪਦੇ ਕੋਲੋਂ ਦਿੱਤਾ ਸੀ। 2.5 ਲੱਖ ਤੇ 50,000 3 ਲੱਖ ਹੋ ਗਿਆ ਜੀ। 4 ਲੱਖ ਪਹਿਲਾਂ ਚਲਾ ਗਿਆ ਸੀ। ਉਹ 3 ਲੱਖ ਵਾਸਤੇ ਜਦੋਂ ਉਹਨਾਂ ਨੇ ਕਿਹਾ ਜੀ ਇਹਦੀ ਅਸੀਂ ਬਰਾਮਦਗੀ ਕਰਾਉਣੀ ਹੈ ਤੇ ਇਹਦੇ ਵਿੱਚੋਂ 1 ਲੱਖ ਤੇ 31,000 ਰੁਪਇਆ ਸਾਡੇ ਕੋਲ ਆ ਚੁੱਕੇ। ਅੱਛਾ। ਉਹ 31 ਲੱਖ ਤੇ 1 ਲੱਖ ਤੇ 31,000 ਜਿਹੜਾ ਆਇਆ ਦਾਨੇ ਵਾਲੀ ਸਾਹਿਬ ਉਹ ਆਇਆ ਕਿਵੇਂ? ਅਸਲ ਦੇ ਵਿੱਚ ਜਦੋਂ ਰਿਸ਼ਮ ਗਰਗ ਨੂੰ ਗ੍ਰਿਫਤਾਰ ਕਰ ਲਿਆ ਜੀ, ਗ੍ਰਿਫਤਾਰ ਕਰਨ ਤੋਂ ਬਾਅਦ ਫਿਰ ਇਮੀਡੀਏਟ ਪੁਲਿਸ ਪਾਰਟੀ ਉਸੇ ਵੇਲੇ ਰਵਾਨਾ ਹੋ ਗਈ ਸੀ ਵਿਜੀਲੈਂਸ ਦੀ ਪਾਰਟੀ ਉਹਦੇ ਪਿੰਡ ਨੂੰ, ਉਹਦੇ ਘਰ ਨੂੰ। ਉਹਦੇ ਘਰ ਦੀ ਜਾ ਕੇ ਲਈ ਤਲਾਸ਼ੀ, ਉੱਥੋਂ 1,31,000 ਰੁਪਇਆ ਮਿਲ ਗਿਆ। 1 ਲੱਖ ਤੇ 69,000 ਦੀ ਰਿਕਵਰੀ ਰਹਿੰਦੀ ਹੈ। ਉਹਦੇ ਵਿੱਚ ਸ਼ਾਇਦ ਉਹਨੇ ਜਿਹੜੀ ਦਫਾ 27 ਹੈ ਐਵੀਡੈਂਸ ਐਕਟ ਦੀ, ਉਹਦੇ ਰਾਹੀਂ ਉਹਨੇ ਇਨਕਸ਼ਾਫ ਕੀਤਾ ਜੀ ਉਹ ਰੁਪਈਆ ਮੈਂ ਤੁਹਾਨੂੰ ਬਰਾਮਦ ਕਰਾ ਸਕਦਾ ਕਿੱਥੇ ਹੈ, ਕਿਹਦੇ ਕੋਲੇ ਹੈ, ਘਰੇ ਹੈ ਜਾਂ ਕਿੱਥੇ ਹੈ, ਇਹ ਤਾਂ ਉਹ ਜਾਣਦੇ ਖਾ ਕੇ ਜਾਂ ਲਾਤੇ। ਹਾਂਜੀ, ਨਹੀਂ ਜੀ ਲਾਤੇ ਨਹੀਂ, ਬਰਾਮਦੀ ਹੋਣੀ ਹੈ, ਉਹਦੀ ਬਰਾਮਦਗੀ ਹੋਣੀ। ਉਹ ਪੁਲਿਸ ਉਹਨੇ ਵਿਜੀਲੈਂਸ ਵਾਲੇ ਨੇ ਦੱਸਿਆ, ਵਿਜੀਲੈਂਸ ਵਾਲੇ ਨੇ ਕੱਲ ਜਾ ਕੇ ਕਹਿਤਾ ਕੋਰਟ ਨੂੰ ਕਿ ਮਾਨਯੋਗ ਜੱਜ ਸਾਹਿਬ ਸਾਨੂੰ ਦਿਓ ਤੁਸੀਂ ਇਹਦਾ ਰਿਮਾਂਡ, ਤੇ ਇਹਦਾ ਰਿਮਾਂਡ ਦੇ ਨਾਲ ਅਸੀਂ ਫਿਰ ਇਹ ਬਰਾਮਦਗੀ ਕਰਾਉਣੀ ਹੈ ਤੇ ਉਹ ਬਰਾਮਦਗੀ ਜਿਹੜੀ ਹੈ ਜੀ ਹੋ ਗਈ ਜੀ, ਹੋ ਗਈ ਹੋਣੀ ਹੈ, ਸੌਰੀ ਉਹ ਬਰਾਮਦਗੀ ਹੋਣੀ ਹੈ। ਹੁਣ ਉਹ ਬਰਾਮਦਗੀ ਹੋਣੀ ਹੈ, ਉਹਦਾ ਰਿਮਾਂਡ ਮਿਲਿਆ 23 ਤਾਰੀਖ ਤੱਕ ਜੀ। 23 ਨੂੰ ਦੁਬਾਰਾ ਪੇਸ਼ ਕਰਨਾ ਹੈ। ਦੂਜੇ ਪਾਸੇ ਐਮਐਲਏ ਸਾਹਿਬ ਜਿਹੜੇ ਹੈਗੇ ਜੀ ਉਹ ਲਾਪਤਾ ਹੈ। ਅੱਛਾ, ਉਹ ਤਾਂ ਪਤਾ ਹੀ ਸੀ ਭੱਜ ਜਾਣਗੇ। ਹਾਂਜੀ, ਉਹਨਾਂ ਨੂੰ ਜਿਹੜਾ ਕੁਝ ਲੋਕ ਕੰਟੈਕਟ ਕਰ ਰਹੇ ਟੈਲੀਫੋਨ ਤੇ, ਮੈਂ ਤਾਂ ਨਹੀਂ ਕੀਤਾ, ਕੁਝ ਪੱਤਰਕਾਰਾਂ ਨੇ ਕੰਟੈਕਟ ਕੀਤਾ ਹੈ ਲੇਕਿਨ ਉਹ ਕੰਟੈਕਟ ਹੋ ਨਹੀਂ ਰਹੇ। ਮੋਬਾਈਲ ਉਹਨਾਂ ਦਾ ਬੰਦ ਹੈ, ਉਹਨਾਂ ਦਾ ਅਮਲਾ ਹੈ ਜਿਹੜਾ ਅਮਲੇ ਵਾਲੇ ਗੱਲ ਕਹਿੰਦੇ ਆ ਕਿ ਉਹ ਇਸ ਵੇਲੇ ਅਵੇਲੇਬਲ ਨਹੀਂ, ਉਹ ਕਿਤੇ ਬਾਹਰ ਗਏ ਹੋਏ। ਬਾਹਰ ਉਹ ਕਿੱਥੇ ਗਏ ਹੋਏ ਕੀ ਗੱਲ ਹੈ, ਪਰ ਜਿਹੜੀ ਇੰਟੈਰੋਗੇਸ਼ਨ ਹੋ ਰਹੀ ਹੈ ਉਸ ਇੰਟੈਰੋਗੇਸ਼ਨ ਦੇ ਵਿੱਚੋਂ ਜੋ ਇਨਫੋਰਮੇਸ਼ਨ ਪੁਣ ਕੇ ਬਾਹਰ ਆ ਰਹੀ ਹੈ, ਕਹਿੰਦੇ ਜੀ ਬੜੇ ਵੱਡੇ ਇਨਕਸ਼ਾਫ ਹੋਰ ਵੀ ਹੋ ਰਹੇ ਹੋਣਗੇ। ਕੱਲਾ ਇਹੀ ਨਹੀਂ ਕਿ ਕੱਲਾ ਨੰਬਰਦਾਰ ਤੋਂ ਆਪਣੇ ਤੁਹਾਡੇ ਤੋਂ ਸਰਪੰਚ ਤੋਂ ਜਾਂ ਨੰਬਰਦਾਰ ਤੋਂ ਪੈਸੇ ਲਏ। ਪੈਸੇ ਵਾਲੇ ਤੇ ਕਹਿੰਦੇ ਬਿਲਕੁਲ ਜਿਵੇਂ ਤੁੱਕੀ ਕੱਢਤੀ ਸੀ, ਛੱਡੇ ਹੀ ਕੁਛ ਨਹੀਂ। ਜਿਹੜਾ ਬਠਿੰਡਾ ਦੇ ਹਾਥੀ ਹੈ, ਬਠਿੰਡੇ ਜ਼ਿਲ੍ਹੇ ਦੇ ਬਾਹਲੇ ਵਿਧਾਇਕ ਕੱਢੀ ਆਉਂਦੇ ਸੀ, ਸਿਰ ਕੱਢੀ ਆਉਂਦੇ ਆ। ਪਹਿਲੇ ਦਿਨ ਤੋਂ ਇਹਨਾਂ ਨੇਰੀ ਠਾਤੀ ਸੀ, ਬਸ ਕੋਈ ਡਿੱਕੇ ਚੜ ਗਏ ਤੇ ਕੋਈ ਨਹੀਂ ਚੜਿਆ। ਨਹੀਂ, ਜੇ ਵਿਧਾਇਕ ਭਾਵੇਂ ਸਾਰੇ ਪੰਜਾਬ ਦੇ ਕੱਢੀ ਜਾਂਦੇ ਹੋਣ, ਪਰ ਆਪਣੇ ਕੋਲੇ ਜਿਹੜਾ ਕੇਸ ਰਜਿਸਟਰ ਹੋਇਆ ਹੈ ਉਹ ਇੱਕ ਦਾ ਹੈ। ਇਸ ਕਰਕੇ ਅਸੀਂ ਇਸ ਕੇਸ ਦੇ ਦੁਆਲੇ ਰਹਿੰਦੇ ਹਾਂ, ਇਸ ਕੇਸ ਦੇ ਦੁਆਲੇ ਰਹਿੰਦੇ ਵੀ ਇਹਦੇ ਵਿੱਚ ਜਿਹੜੀ ਇਨਕਸ਼ਾਫ ਹੋਇਆ ਹੁਣ ਵਿਜੀਲੈਂਸ ਵਾਲਿਆਂ ਕੋਲ ਜਿਹੜੀ ਪੁੱਛਗਿੱਛ ਹੋਈ ਹੈ ਉਹ ਸੇਮ ਐਮਐਲਏ ਦੇ ਸੰਬੰਧ ਵਿੱਚ ਹੋਈ ਹੈ। ਹੋਰ ਤਾਂ ਪੁੱਛਣਾ ਉੱਥੇ ਵੀ ਕਹਿੰਦੇ ਕਾਫੀ ਕੁਛ ਜਿਹੜਾ ਹੈਗਾ ਰਿਸ਼ਮ ਗਰਗ ਜਿਹੜਾ ਉਹ ਮੰਨ ਚੁੱਕੇ। ਇਹ ਕਲੋਨੀਆਂ ਦੇ ਕੰਮ ਵੀ ਬੜੇ ਹੋਏ ਆ ਜੀ, ਉਹਨਾਂ ਦੇ ਵਿੱਚ ਵੀ ਹੋਏਗਾ। ਦੂਜੇ ਜਿਹੜੀ ਥੋੜੀ ਪੁਲਿਸ ਥਾਣੇਦਾਰ ਐਸਐਚਓ ਲਵਾਉਣ ਦੇ ਵੀ ਉਹ ਵੀ ਹੈਗਾ। ਢਿੱਲੋਂ ਸਾਹਿਬ ਜਿਹੜੀ ਰਾਤ ਨੂੰ ਮੈਂ ਉਦੋਂ ਆਉਂਦੇ ਨੇ ਰੇਤੇ ਵਾਲਾ ਟਿੱਪਰ ਫੜਿਆ ਜੀ, ਉਹ ਪਹਿਲਾਂ ਟਿੱਪਰ ਥਾਣੇ 'ਚ ਫੜਾਤੇ ਸੀ, ਕਹਿੰਦੇ ਉਹਨਾਂ ਨਾਲ ਵੀ ਮਹੀਨਾ ਬੰਨ ਲਿਆ ਸੀ 5 ਲੱਖ ਰੁਪਏ ਦਾ। ਚਲੋ ਜੋ ਵੀ ਹੈ ਉਹ ਹੈ, ਕਾਫੀ ਮਤਲਬ ਜਿਹੜਾ ਹੈ ਨਾ ਚੱਲੀ ਜਾਂਦਾ ਤੇ ਹੁਣ ਦੇਖਦੇ ਜੇ ਨਿਕਲਦਾ ਕੀ ਕੁਛ ਹੈ, ਕਿਉਂਕਿ ਵਿਜੀਲੈਂਸ ਜਿਹੜੀ ਹੈਗੀ ਬੜੀ ਸਰਗਰਮ। ਦੇਖੋ ਕਾਬਲ ਅਫਸਰ ਹੈ ਵਿਜੀਲੈਂਸ ਦੇ ਕੋਲ, ਬਹੁਤ ਵਧੀਆ ਅਫਸਰ ਹੈ ਜਿਹੜੇ ਇੱਥੇ ਕੰਮ ਕਰ ਰਹੇ ਹੈ, ਉਹ ਆਪਣੇ ਵੱਲੋਂ ਕੋਈ ਕਸਰ ਨਹੀਂ ਰਹਿਣ ਦੇ। ਔਰ ਇਹਦੇ 'ਚ ਹੁਣ ਇਹ ਦੇਖਣਾ ਇਹ ਹੈ ਕਿ ਸਰਕਾਰ ਵਾਲੇ ਪਾਸਿਓਂ ਕੀ ਸਰਕਾਰ ਕਿੰਨੀ ਕੁ ਸਾਥ ਦਿੰਦੀ। ਮੇਰੇ ਖਿਆਲ ਮੁਤਾਬਕ ਸਰਕਾਰ ਜਿਹੜੀ ਹੈਗੀ ਹੈ, ਕਿਉਂਕਿ ਹੋਰ ਭਾਵੇਂ ਕੋਈ ਅੜਿੱਕਾ ਲਾਵੇ, ਭਗਵੰਤ ਮਾਨ ਵੱਲੋਂ ਅੜਿੱਕਾ ਲੱਗਿਆ ਹੋਇਆ ਨਜ਼ਰ ਨਹੀਂ ਲੱਗਦਾ। ਇਹ ਢਿੱਲੋਂ ਸਾਹਿਬ ਜਿਹੜੀ ਕੱਲ ਵੀ ਆਪਣੇ ਬਠਿੰਡੇ ਵਾਰਦਾਤ ਵਾਪਰੀ ਰਾਤ ਨੂੰ, ਜਿੰਨੇ ਪੁਲਿਸ ਮੁਲਾਜ਼ਮ ਉਦੋਂ ਰਾਤ ਨੂੰ ਮਿਲੇ, ਕਹਿੰਦੇ ਦਾਨੇ ਸਾਹਿਬ ਸਾਨੂੰ ਤਾਂ 5 ਮਿੰਟ ਦੇ ਦੇਣ, ਉੱਤੋਂ ਅਫਸਰ ਸਾਡੇ ਪਿੱਛੇ ਖੜ੍ਹਦੇ, ਕਹਿੰਦੇ ਬਠਿੰਡਾ ਤਾਂ ਅਸੀਂ ਐਂ ਬਣਾ ਦਈਏ, ਕਹਿੰਦੇ ਜਿਵੇਂ ਗੰਗਾ ਜਮਨ ਉੱਥੋਂ ਗੰਗੋਤਰੀ ਤੋਂ ਨਿਕਲਦੀ ਹੈ। ਇਹ ਪਹਿਲਾਂ ਕਿਹੜਾ ਹੋਇਆ ਨਹੀਂ ਕਦੇ? ਪਹਿਲਾਂ ਵੀ ਹੁੰਦਾ ਰਿਹਾ। ਜਦੋਂ ਗੱਲ ਫਰਜ਼ ਤਾਂ ਇਹ ਹੈ ਵੀ ਅਫਸਰ ਦੇ ਨਾਲ ਖੜਨ। ਹੁਣ ਤੁਸੀਂ ਦੇਖੋ ਇੱਕ ਬੜੀ ਮੰਦਭਾਗੀ ਘਟਨਾ ਵਾਪਰਦੀ ਹੈ।
ਇੱਕ ਔਰਤ ਹੈ, ਸ਼ਾਇਦ ਉਹਦੇ ਖਿਲਾਫ ਕੇਸ ਹੈ ਜਾਂ ਉਹ ਕਿਸੇ ਕੇਸ ਦੇ ਸੰਬੰਧ ਵਿੱਚ ਆਈ ਸੀ ਕੱਲ ਫਿਰੋਜ਼ਪੁਰ। ਕੱਲ ਅਗਵਾਈ ਭਰਨ ਆਈ ਸੀ ਕਤਲ ਦੀ। ਹਾਂ, ਉਹ ਫਿਰੋਜ਼ਪੁਰ ਚ ਆਉਂਦੀ ਹੈ, ਅਦਾਲਤ ਦੇ ਵਿੱਚੋਂ ਬਾਹਰ ਨਿਕਲਦੀ ਹੈ ਤੇ 4 ਜਣੇ ਉਹਨੂੰ ਘੇਰ ਲੈਂਦੇ ਹੈ। 2 ਮੋਟਰਸਾਈਕਲਾਂ ਤੇ ਆਏ ਆ, 2 ਜਣੇ ਮੋਟਰਸਾਈਕਲ ਤੇ ਬੈਠੇ ਰਹਿੰਦੇ ਆ ਤੇ 2 ਜਣੇ ਮੋਟਰਸਾਈਕਲਾਂ ਤੋਂ ਉਤਰ ਕੇ ਤੇ ਉਹਨੂੰ ਬਹੁਤ ਬੁਰੀ ਤਰ੍ਹਾਂ ਵੱਢ ਦਿੰਦੇ ਆ। ਕਹਿੰਦੇ ਉਂਗਲ ਵੀ ਉਹਦੀ ਮੌਕੇ ਤੇ ਰਹਿ ਗਈ ਸੀ। ਵੱਢ ਕੇ ਉਹਨੂੰ ਸਿੱਟ ਦਿੰਦੇ ਆ। ਪੁਲਿਸ ਦਾ ਕੰਸਟੇਬਲ ਖੜਾ ਹੈ। ਉਹ ਪੁਲਿਸ ਦੇ ਕੰਸਟੇਬਲ ਦੇ ਵਿੱਚ ਇੰਨੀ ਜ਼ਰੂਰਤ ਨਹੀਂ ਵੀ ਉਹਨੂੰ ਕੋਈ ਮਾੜਾ ਮੋਟਾ ਹੋ ਹੱਲਾ ਛਡਵਾਉਣ ਦੀ ਗੱਲ ਕਰੇ, ਜਾਂ ਘੱਟੋ ਘੱਟ ਉਹ ਪੁਲਿਸ ਨੂੰ ਇਨਫੋਰਮ ਹੀ ਕਰਦੇ ਕਿ ਆ ਬੰਦੇ ਵੱਢੀ ਜਾਂਦੇ ਜੀ, ਤੁਸੀਂ ਆ ਜਾਓ। ਇਹਦਾ ਹੁਣ ਅੰਦਾਜ਼ਾ ਤੁਸੀਂ ਲਾਓ ਵੀ ਹੋ ਕਿਉਂ ਰਿਹਾ। ਇਹਦਾ ਮਤਲਬ ਹੈ ਕਿ ਫੋਰਸ ਡਿਮੋਰਲਾਈਜ਼ ਹੈ। ਜਗਤਪੁਰੇ ਦੇਖੋ ਕੀ ਹੋਇਆ, ਉੱਥੇ ਦੇਖ ਲਓ। ਰਾਤ ਇੱਥੇ ਬਠਿੰਡੇ ਕੀ ਹੋਇਆ। ਜਗਤਪੁਰੇ ਵਾਲੀ ਜਿਹੜੀ ਗੱਲ ਕਰਦੇ ਉੱਥੇ ਵੀ ਇਹੀ ਕੁਝ ਹੋਇਆ ਨਾ। ਉੱਥੇ ਉਹਨਾਂ ਬੰਦਿਆਂ ਨੇ ਇਨਫੋਰਮ ਕੀਤਾ ਹੈ, ਮਦਦ ਕੀਤੀ ਹੈ ਸਰਕਾਰ ਦੀ ਨਸ਼ਾ ਵਾਲਿਆਂ ਦੇ ਖਿਲਾਫ ਤੇ ਉਹਨੂੰ ਜਿਵੇਂ ਰੂਹ ਪਿੰਜੀ ਦੀ ਬੰਦਾ ਇਸ ਤਰ੍ਹਾਂ ਪਿੰਜਤਾ। ਤੇ ਬਠਿੰਡੇ ਢਿੱਲੋਂ ਸਾਹਿਬ, ਹਾਂ ਇਹ ਤੁਸੀਂ ਦੱਸ ਦਿਓ ਕਿਉਂਕਿ ਇਹਦੇ ਬਾਰੇ ਮੈਨੂੰ ਜਾਣਕਾਰੀ ਨਹੀਂ ਸੀ। ਹਾਂਜੀ, ਪੁਰਾਣੇ ਅੱਡੇ ਤੋਂ ਲੈ ਕੇ ਫੌਜੀ ਚੌਂਕ ਤੱਕ ਜੀ, ਜਿਹਨੂੰ ਪੁਰਾਣਾ ਬੱਸ ਅੱਡਾ ਕਹਿੰਦੇ ਆ ਜੀ, ਦੋਨੇ ਪਾਸੇ ਢਿੱਲੋਂ ਸਾਹਿਬ ਕੋਈ 70-80 ਲੜਕੀਆਂ ਦੇ ਵਪਾਰ ਦਾ ਧੰਦਾ ਕਰਦੀਆਂ ਤੇ ਉਹਨਾਂ ਦੇ ਨਾਲ ਮੁੰਡੇ ਹੁੰਦੇ ਨੇ ਜੀ। ਕਿਸੇ ਇੱਥੇ ਮਤਲਬ ਟਿਕਾਣੇ ਬੜੇ ਹੋਏ ਨਾ ਜੀ, ਸੜਕ ਤੇ ਹੀ ਕੋਈ ਟਿਕਾਣਾ ਨਹੀਂ। ਅੱਛਾ, ਸ਼ਰੇਆਮ ਸੜਕ ਤੇ ਓਪਨੀ ਤੁਹਾਡੇ ਘਰ ਅੱਗੇ ਖੜ ਕੇ। ਇੰਨਾ ਬੁਰਾ ਹਾਲ ਹੈ ਢਿੱਲੋਂ ਸਾਹਿਬ ਕਿ ਇਹ ਜਿਹੜੇ ਕਿਉਂਕਿ ਜ਼ਿਆਦਾ ਮਹਾਜਨ ਲੋਕ ਨੇ, ਇਹ ਰਾਤ ਨੂੰ ਵਿਚਾਰੇ ਕਹਿੰਦੇ ਆ ਜੀ ਸਾਡੇ ਤਾਂ ਪਿਛਲੇ ਪਾਸੇ ਥਾਂ ਹੋਵੇ, ਅਸੀਂ ਉੱਧਰ ਸੈਰ ਕਰ ਲਈਏ। ਲੋਕ ਛੱਤਾਂ ਦੇ ਉੱਤੋਂ ਦੀ ਲੇਡੀ ਸ਼ਾਮ ਨੂੰ ਨਿਕਲ ਕੇ ਪਰਲੇ ਪਾਸੇ ਸੈਰ ਨਿਕਲਦੀਆਂ, ਰਾਹ ਜਾਂਦੀ ਨੂੰ ਪੁੱਛ ਲੈਂਦੇ ਆ ਚੰਗੇ ਭਰੇ, ਹਾਂ ਬਈ ਰਾਤ ਲਾਉਣੀ ਹੈ, ਕਿੰਨੇ ਲਏਗੀ। ਅੱਛਾ, ਇਹ ਚੱਲਦਾ ਹੈ। ਰਾਤ ਇਹ ਗੈਂਗ ਸੀ ਜੀ, ਇਤਰਾਜ਼ ਕੀਤਾ, ਹਮਲਾ ਕਰਤਾ। ਪੁਲਿਸ ਨੂੰ 100 ਨੰਬਰ ਤੇ ਫੋਨ ਕੀਤਾ, ਪੁਲਿਸ ਨਹੀਂ ਆਈ। ਅੱਛਾ, ਮੈਨੂੰ ਇਨਫੋਰਮੇਸ਼ਨ ਪਹੁੰਚ ਗਈ, ਮੈਂ ਆ ਜਾਣਾ। 9:40 ਦੀ ਘਟਨਾ ਹੈ। ਹਾਲਾਂਕਿ ਤੁਹਾਡੀ ਤਬੀਅਤ ਖਰਾਬ ਸੀ ਕੱਲ। ਹਾਂਜੀ। ਫਿਰ ਮੈਂ ਡੀਐਸਪੀ ਸਿਟੀ ਨੂੰ ਫੋਨ ਕਰਦਾ, ਗੁਰਪ੍ਰੀਤ ਸਿੰਘ ਨੂੰ। ਉਹਨੇ ਫੋਨ ਚੱਕ ਲਿਆ ਤੁਰੰਤ। ਉਹਨੇ ਕਿਹਾ, ਮੈਂ ਕਿਹਾ ਮੈਨੂੰ ਗੱਲ ਨਹੀਂ ਬਣਦੀ ਦਿੰਦੀ, ਮੈਂ ਕਿਹਾ ਨਵਾਂ ਐਸਐਸਪੀ ਆਇਆ ਉਹਨੂੰ ਦੱਸੀਏ। ਢਿੱਲੋਂ ਸਾਹਿਬ ਫਿਰ ਵੀ 15 ਮਿੰਟਾਂ ਬਾਅਦ ਗੱਡੀ ਆਉਂਦੀ ਹੈ। ਨਵੇਂ ਐਸਐਸਪੀ ਸਾਹਿਬ ਨਾਲ ਗੱਲ ਹੋ ਗਈ ਸੀ? ਅੱਛਾ। ਉਹ 15 ਮਿੰਟਾਂ ਬਾਅਦ ਗੱਡੀ ਕਿੱਥੋਂ ਆਉਂਦੀ ਹੈ ਤੁਸੀਂ ਅੰਦਾਜ਼ਾ ਲਾਓ ਵੀ ਕਿਹੜੇ ਏਰੀਏ 'ਚ, ਜਿੱਥੇ ਪੁਲਿਸ ਦੀ ਚੌਂਕੀ ਉੱਥੋਂ ਸਿਰਫ ਪੈਦਲ ਤੁਰ ਕੇ 5 ਮਿੰਟਾਂ ਦਾ ਰਸਤਾ। ਅੱਛਾ ਜੀ। ਆਉਣ ਸਾਰ ਬੰਦਾ ਕੀ ਕਰਨ ਲੱਗਦਾ ਜੀ, ਇਹ ਬਖੂਹਾ ਕਿਹੜੀ ਏਰੀਏ 'ਚ ਪੈਂਦਾ? ਇਹ ਸਿਵਲ ਲਾਈਨ 'ਚ ਪੈਂਦਾ, ਇਹ ਕੋਤਵਾਲੀ 'ਚ ਪੈਂਦਾ ਕਿ ਬੱਸ ਸਟੈਂਡ ਚੌਂਕੀ 'ਚ ਪੈਂਦਾ? ਢਿੱਲੋਂ ਸਾਹਿਬ ਬੱਸ ਸਟੈਂਡ ਚੌਂਕੀ ਤਾਂ ਫਿਰ ਵੀ ਕੋਤਵਾਲੀ ਦੇ ਥੱਲੇ। ਫਿਰ ਦੂਜੀ ਗੱਲ ਕਰ ਲਈਏ ਤਾਂ ਇਲਾਕਾ ਤਾਂ ਐਸਐਸਪੀ ਦੇ ਥੱਲੇ ਪੈਂਦਾ। ਉਹ ਮੈਂ ਕਿਹਾ ਭਰਾਵੋ ਇਹਨਾਂ ਨੂੰ ਲੈ ਜਾਓ ਕਿਤੇ ਤਾਂ ਲੈ ਜਾਓ ਚੱਕ ਕੇ। ਇੰਨੇ ਨੂੰ ਪੀਸੀਆਰ ਆ ਜਾਂਦੀ ਹੈ। ਢਿੱਲੋਂ ਸਾਹਿਬ ਪੀਸੀਆਰ 50 ਮੀਟਰ 40 ਮੀਟਰ ਅੱਗੇ ਜਾ ਕੇ ਲਾ ਲਈ। ਮੈਂ ਕਿਹਾ ਯਾਰ ਇੱਥੇ ਕਾਹਨੂੰ ਲਾਈ ਸੀ, ਫਿਰ ਫੌਜੀ ਚੌਂਕੀ ਲੈ ਜਾਂਦਾ। ਮੇਰੀ ਜੀ ਕਹਿੰਦਾ ਗੱਡੀ 'ਚ ਕੋਈ ਗੱਡੀ ਮਾਰੂ। ਮੈਂ ਕਿਹਾ ਪੁਲਿਸ ਦੀ ਗੱਡੀ ਆ, ਪੁਲਿਸ ਦੀ ਗੱਡੀ ਤਾਂ ਜਾਮ ਲੱਗ ਜੂ ਜੀ। ਤੇ ਮੈਂ ਕਿਹਾ ਜਦੋਂ ਜ਼ਖਮੀ ਚੱਕਣੇ ਆ ਤੇ ਉਦੋਂ ਜਾਮ ਨਾ ਲੱਗੂਗਾ। ਰੈਸਕਿਊ ਨਹੀਂ ਕਰਾਉਣਾ, ਇਵੈਕਿਊਏਟ ਨਹੀਂ ਕਰਨੇ ਬੰਦੇ ਇੱਥੋਂ ਦਵਾ ਦਾ। ਤੁਸੀਂ ਉੱਥੇ ਨਹੀਂ ਜਾਣੇ। ਇੱਕ ਅਪਾਹਜ ਬੰਦਾ ਜੀ, ਢਿੱਲੋਂ ਸਾਹਿਬ ਮਾਰ ਉਹਨੂੰ ਕੁੱਟਿਆ, ਉਹਦੇ ਮੁੰਡੇ ਦਾ ਸਿਰ ਪਾੜਤਾ, ਉਹਦੇ ਰਿਸ਼ਤੇਦਾਰ ਦਾ ਜਿਹੜੀਆਂ ਬੁੜੀਆਂ ਛਡਾਉਣ ਆਈਆਂ ਉਹ ਕੁੱਟਤੀਆਂ। ਅੱਛਾ। ਮੈਂ ਕਹਿੰਦਾ ਜੀ ਬਦਮਾਸ਼ੀ ਦਾ ਪੂਰਾ ਨੰਗਾ ਨਾਚ ਹੋਇਆ। ਮੋਬਾਈਲ ਵਗੈਰਾ ਵੀ ਤੋੜੇ, ਮੋਬਾਈਲ ਤੋੜਿਆ, ਮੋਬਾਈਲ ਲੈ ਗਏ। ਉਹ ਤਾਂ ਚਲੋ, ਉਹ ਤਾਂ ਕਹਿੰਦੇ ਜਿਹੜਾ ਹੈਂਡੀਕੈਪ ਸੀ ਉਹਦੀ ਆਪਦੀ ਸੋਟੀ ਖੋ ਕੇ ਖੁੰਡੀ ਸੀ ਉਹੀ ਕੁੱਟ ਕੇ ਉਹਦੇ ਨਾਲ ਉਹਦੇ ਨਾਲ ਅੱਡ ਕੁੱਟੇ। ਜਿਹੜੇ ਕਾਪੇ ਕੋਲੇ ਸੀ, ਗੰਡਾਸੇ ਕੋਲੇ, ਉਹਦੇ ਨਾਲ ਸਿਰ ਪਾੜੇ। ਦੱਸੋ। ਇਹ ਵੀ ਪਤਾ ਲੱਗਿਆ ਵੀ ਜਿਹੜੇ ਆਟੋ ਰਿਕਸ਼ਿਆਂ ਵਾਲੇ ਉਹ ਪ੍ਰੋਟੈਕਸ਼ਨ ਦਿੰਦੇ ਇਹਨਾਂ ਨੂੰ ਉੱਥੋਂ, ਕਿਉਂਕਿ ਸਵਾਰੀਆਂ ਜਾਂਦੇ ਚੱਕ ਕੇ ਛੱਡ ਕੇ ਲਿਆਉਂਦੇ, ਦੁੱਗਣਾ ਰੇਟ ਦੁੱਗਣਾ ਹੋ ਜਾਂਦਾ। ਇਕੱਲਾ ਆਟੋ ਜਾਂਦਾ 100 ਰੁਪਈਆ 200 ਰੁਪਈਆ ਸਿੱਧਾ ਕਹਿ ਦਿੰਦੇ 500 ਰੁਪਈਆ ਫਲਾਨੇ ਹੋਟਲ 'ਚ ਫਲਾਨੇ ਥਾਂ ਛੱਡ ਕੇ ਲਿਆਉਣੀ ਹੈ। ਗਲੀਆਂ ਵਾਲੇ ਦੁਖੀ ਹੋਏ ਪਏ ਆ, ਅੰਦਰ ਗਲੀਆਂ 'ਚ ਵੜਨ ਲੱਗ ਪਏ। ਮੇਰੇ ਖਿਆਲ ਮੁਤਾਬਕ ਦਾਨੇਲੀਆ ਸਾਹਿਬ ਜਿਹੜਾ ਇਹ ਕਹਿੰਦੇ ਆ ਨਾ ਵੀ ਅਡਲਟ ਕਿਤੇ ਵੀ ਜਾ ਸਕਦੀ ਹੈ, ਇਹ ਵੀ ਇੱਕ ਪ੍ਰੋਬਲਮ ਆ ਰਹੀ ਹੈ। ਨਹੀਂ, ਅਡਲਟ ਸੜਕਾਂ ਤੇ ਤਾਂ ਨਹੀਂ ਕਰੋ। ਇਹੀ ਤਾਂ ਨਹੀਂ ਨਾ, ਤੁਸੀਂ ਢਾਬਿਆਂ 'ਚ ਹੋਟਲਾਂ 'ਚ ਵੜ ਤੁਹਾਡੇ ਨਾਲ ਪਹਿਲਾਂ ਵੀ ਹੋਈ ਹੈ। ਤੁਸੀਂ ਇੱਕ ਵਾਰੀ ਸ਼ਿਕਾਇਤ ਕੀਤੀ ਸੀ ਪਹਿਲੇ ਇੱਕ ਐਸਐਸਪੀ ਨੂੰ। ਹਾਂਜੀ। ਵੀ ਆ ਤੁਹਾਡੇ ਦਾਦੀ ਪੋਤੀ ਵਾਲੇ ਪਾਰਕ ਦੇ ਵਿੱਚ ਉਹਨੇ ਰਿਫਿਊਜ਼ ਕੀਤਾ ਸੀ। ਉਹ ਕਹਿੰਦੇ ਜੀ ਅਡਲਟ ਅਸੀਂ ਅਡਲਟ ਦਾ ਸਾਰੇ ਪਾਰਕਾਂ ਦੀ ਹਾਲਤ ਦੇਖੋ, ਸਾਰੇ ਪਾਰਕਾਂ ਦੀ ਸਥਿਤੀ ਦੇ ਵਿੱਚ ਸਾਹਿਬ ਆਪਾਂ ਸ਼ਬਦ ਨਹੀਂ ਵਰਤ ਸਕਦੇ। ਇੱਥੇ ਉਹ ਆਪਣੇ ਸੁਣਦੇ ਨੇ ਪਰ ਸਮਝ ਗਏ ਵੀ ਉੱਥੇ ਕਿਹੜੀਆਂ ਕਿਹੜੀਆਂ ਕਰਤੂਤਾਂ ਕਰਦੇ ਨੇ। ਪਬਲਿਕ ਜਿਹੜੀ ਇੰਨਾ ਇੱਕ ਲਾ ਹੈਗਾ, ਤੁਸੀਂ ਪਬਲਿਕ ਨਿਊਸੈਂਸ ਨਹੀਂ ਕ੍ਰੀਏਟ ਸਕਦੇ। ਬਿਲਕੁਲ ਖੁੱਲੇ ਦੇ ਵਿੱਚ ਤੁਸੀਂ ਸੈਕਸ ਪਰਫਾਰਮੈਂਸ ਨਹੀਂ ਕਰ ਸਕਦੇ, ਸੈਕਸੁਅਲ ਐਕਟੀਵਿਟੀ ਨਹੀਂ ਕਰ ਸਕਦੇ, ਲੋਕਾਂ ਨੂੰ ਤੁਸੀਂ ਇਹੋ ਜਿਹੀ ਹਰਕਤ ਨਹੀਂ ਕਰ ਸਕਦੇ ਜਿਨ੍ਹਾਂ ਤੋਂ ਲੋਕਾਂ ਨੂੰ ਸ਼ਰਮ ਆਵੇ। ਨਾ ਦਾਦੀ ਪੋਤੀ ਪਾਰਕ ਹੈਗਾ ਫੇਸ 3 ਦੇ ਬਸ਼ਿੰਦਿਆਂ ਦਾ, ਕਹਿਣਗੇ ਜੀ ਪਬਲਿਕ ਪਾਰਕ ਹੈ। ਉੱਥੇ ਬੱਚੇ ਆਉਣੋਂ ਹਟ ਗਏ ਜੀ, ਲੇਡੀਜ਼ ਆਉਣੋਂ ਹਟ ਗਈਆਂ। ਜਿੱਦਣ ਅਸੀਂ ਅਖੰਡ ਪਾਠ ਦਾ ਪਾਠ ਖਿਲਾਇਆ ਉਦੋਂ ਖੁੱਲ੍ਹ ਕੇ ਬੱਚੇ ਨੱਚੇ। ਢਿੱਲੋਂ ਸਾਹਿਬ ਮਨ ਖੁਸ਼ ਹੋ ਗਿਆ, ਪਤਾ ਨਹੀਂ ਕਿੱਡੀ ਵੱਡੀ ਆਜ਼ਾਦੀ ਮਿਲ ਗਈ ਹੁੰਦੀ ਹੈ। ਜਿਨ੍ਹਾਂ ਦੀ ਪਾਰਕ ਬਣਿਆ ਉਹ ਆਉਂਦੇ ਨਹੀਂ, ਲੰਡੀਰ ਉੱਥੇ ਤੁਰੀ ਫਿਰਦੀ ਆ, ਪੁਲਿਸ ਥਾਣਾ ਕੋਲੇ ਆ, ਨਸ਼ੇ ਉੱਥੇ ਆ। ਤੁਹਾਨੂੰ ਢੇਰ ਦਿਖਾ ਦਿੰਦਾ ਹੀ ਨਸ਼ਿਆਂ ਦੇ ਪੱਤੀਆਂ ਦੇ ਪਏ ਉੱਥੇ।
ਇਹੀ ਤਾਂ ਫਿਰ ਚੀਜ਼ ਹੈ, ਲਾ ਐਂਡ ਆਰਡਰ ਹੋਰ ਕਿਹਨੂੰ ਕਹਦੇ ਹਾਂ। ਆ, ਇਹ ਵੀ ਲਾ ਐਂਡ ਆਰਡਰ ਦਾ ਹਿੱਸਾ ਹੀ ਹੈ, ਇਕੱਲੇ ਗੈਂਗਸਟਰ ਤਾਂ ਨਹੀਂ ਨਾ, ਗੈਂਗਸਟਰ ਤਾਂ ਨਹੀਂ ਨਾ, ਜਾਂ ਟੈਰਰਿਸਟ ਨਹੀਂ ਹੈ। ਅੱਜ 3 ਜਣੇ ਜੀ ਮੋਟਰਸਾਈਕਲ ਵਾਲੇ, ਜੀ ਮੈਂ ਹੁਣ ਨੰਬਰ ਕਿਹਾ, ਮੈਨੂੰ ਨਾਲ ਦੀ ਨਾਲ ਇੰਚਾਰਜ ਆ ਜਿਹੜਾ ਇਹਦੇ ਕੀ ਕਹਿੰਦੇ ਟ੍ਰੈਫਿਕ ਦਾ, ਕਹਿੰਦਾ ਫਲਾਨਾ ਨੰਬਰ। ਮੈਂ ਕਿਹਾ ਹਾਂ, ਪਟਾਕੇ ਮਾਰਦੇ ਜੀ, ਉਹਨੂੰ ਨੰਬਰ ਯਾਦ ਹੈ, ਸਾਰਾ ਕੁਛ ਹੈ, ਕਾਬੂ ਨਹੀਂ ਕਰਦੇ, ਘਰੋਂ ਚੱਕ ਲਿਓ ਭਾਈ। ਕਿਉਂਕਿ ਉੱਤੋਂ ਅਫਸਰਾਂ ਦਾ ਸਿਗਨਲ ਲੈਣੀ, ਹੁਣ ਦੇਖਦੇ ਨਵੇਂ SSP ਸਾਹਿਬ ਕੀ ਕਰਦੇ। ਚਲੋ ਹਾਂਜੀ, ਤੇ ਫਿਲਹਾਲ ਇੱਕ ਬ੍ਰੇਕ ਲੈਂਦੇ ਹਾਂ ਜੀ, ਬ੍ਰੇਕ ਤੋਂ ਬਾਅਦ ਫਿਰ ਅੱਗੇ ਜੁੜਦੇ ਹਾਂ। ਜੁੜੇ ਰਹੋ ਰੇਡੀਓ ਪੰਜਾਬ ਟੂਡੇ ਦੇ ਨਾਲ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਦੇ ਵਿੱਚ ਐਡਵਰਟਾਈਜ਼ਮੈਂਟ ਦੇਣੀ ਚਾਹੁੰਦੇ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਭੈਣ ਜੀ, ਵਿਆਹ ਲਈ ਕੱਪੜਿਆਂ ਦੀ ਤੇ ਸ਼ਾਪਿੰਗ ਹੋ ਗਈ ਲਾਜਵਾਬ, ਪਰ ਜੁਐਲਰੀ ਕਿੱਥੋਂ ਲੈਣੀ ਹੈ? ਫਿਕਰ ਨਾ ਕਰੋ, ਜਿੱਥੇ ਲੋਕ ਸੂਟ ਦੇਖਦੇ ਰਹਿ ਜਾਣਗੇ, ਉੱਥੇ ਗਹਿਣੇ ਦੇ ਡਿਜ਼ਾਈਨ ਦੀ ਵੀ ਤਾਰੀਫ ਕੀਤੇ ਬਿਨਾਂ ਰਹਿਣਗੇ ਨਹੀਂ, ਕਿਉਂਕਿ AC ਜੁਐਲਰਸ ਕੈਂਟ ਵਾਲਿਆਂ ਦੇ ਕੋਲ ਹੈ 22 ਕੈਰਟ ਦੇ ਸੋਨੇ ਦੇ ਗਹਿਣੇ, ਔਰਤਾਂ ਮਰਦਾਂ ਬੱਚਿਆਂ ਦੇ ਵੰਨ-ਸਵੰਨੇ ਗਹਿਣਿਆਂ ਦੀ ਬੇਸ਼ੁਮਾਰ ਤੇ ਲੇਟੈਸਟ ਵੈਰਾਈਟੀ। ਇਹਨਾਂ ਦੇ ਸ਼ੋਰੂਮ 'ਚ ਸੋਨੇ, ਚਾਂਦੀ, ਹੀਰਿਆਂ ਦੇ ਗਹਿਣੇ ਭਰੇ ਰਹਿੰਦੇ ਨੇ, ਜਿੱਥੇ ਹੈ ਕੁੰਦਨ ਸੈੱਟ, ਜੜਾਊ ਸੈੱਟ, ਪੋਲਕੀ ਸੈੱਟ, ਹੀਰੇ ਜੜੇ ਸੈੱਟ, ਲਾਈਟ ਵੇਟ ਨੈਕਲੇਸ, ਚੇਨ, ਕੜੇ, ਚੂੜੀਆਂ, ਨਗਾਂ ਵਾਲੀਆਂ ਸੋਹਣੀਆਂ ਮੁੰਦਰੀਆਂ, ਝੁਮਕੇ ਵਾਲੀਆਂ ਤੇ ਹੋਰ ਬਥੇਰਾ ਕੁਝ। AC ਜੁਐਲਰ ਸ਼ਟਲ ਵਿੱਚ ਹਰ ਹਫਤੇ ਨਵੀਂ ਸ਼ਿਪਮੈਂਟ ਆਉਂਦੀ ਹੈ। ਤੁਹਾਡੇ ਪਸੰਦ ਦੇ, ਤੁਹਾਡੇ ਸਾਈਜ਼ ਮੁਤਾਬਕ ਗਹਿਣੇ 2 ਹਫ਼ਤਿਆਂ ਵਿੱਚ ਤਿਆਰ ਕਰਵਾ ਕੇ ਦਿੰਦੇ ਹਨ ਤੇ ਰਿਪੇਅਰ ਵੀ ਕਰਦੇ ਹਨ। 24 ਕੈਰਟ ਸੋਨੇ ਦੇ ਬਿਸਕੁਟ ਖਰੀਦ ਅਤੇ ਵੇਚ ਸਕਦੇ ਹੋ। 100% ਪਿਓਰ ਗਰੰਟੀ ਵਾਲੇ ਗਹਿਣੇ ਲੈਣ ਲਈ ਪਹੁੰਚੋ 25416 100 ਫੋਰਟ ਐਵੀਨਿਊ, ਸਾਊਥ ਈਸਟ, ਕੈਂਟ। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ, ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 3606526066। ਇਹ 2 ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲੌਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲੌਸਟ ਹਿਲਸ। ਫੋਨ ਨੰਬਰ 661 797 2354। ਵਿਦੇਸ਼ਾਂ 'ਚ ਵਸਣ ਵਾਲੇ ਪੰਜਾਬੀਆਂ ਦੇ ਲਈ ਸੁਨਹਿਰੀ ਮੌਕਾ ਲੈ ਕੇ ਆਈ ਆ ਪੰਜਾਬ ਦੀ ਬਹੁਤ ਹੀ ਵੱਡੀ ਰੀਅਲ ਅਸਟੇਟ ਕੰਪਨੀ DH ਰੀਅਲ ਅਸਟੇਟ। ਬਹੁਤ ਹੀ ਨਾਮਵਰ ਕੰਪਨੀ ਤੁਹਾਨੂੰ ਮੌਕਾ ਪ੍ਰਦਾਨ ਕਰਦੀ ਹੈ ਕਿ ਬਿਨਾਂ ਪੰਜਾਬ ਗਏ ਤੁਸੀਂ ਹੁਣ ਆਪਣੀ ਜ਼ਮੀਨ ਵੇਚ ਸਕੋਗੇ ਜਾਂ ਫਿਰ ਆਪਣੀ ਪਸੰਦੀ ਦੀ ਜ਼ਮੀਨ ਖਰੀਦ ਸਕੋਗੇ। ਕਿਸੇ ਵੀ ਤਰ੍ਹਾਂ ਦੀ ਕੋਠੀ, ਫਲੈਟ, ਪਲਾਟ ਜਾਂ ਫਿਰ ਕਮਰਸ਼ੀਅਲ ਜਾਂ ਐਗਰੀਕਲਚਰ ਲੈਂਡ ਲੈਣੀ ਹੋਵੇ ਤਾਂ DH ਰੀਅਲ ਅਸਟੇਟ ਨਾਲ ਸੰਪਰਕ ਕਰੋ। ਤੁਹਾਨੂੰ ਪੰਜਾਬ ਜਾਣ ਦੀ ਲੋੜ ਨਹੀਂ, ਸੌਦਾ ਬੈਠੇ ਬਿਠਾਏ ਇੱਥੇ ਹੀ ਕਰਾ ਕੇ ਤੇ ਇੱਥੇ ਹੀ ਪੈਸੇ ਪਹੁੰਚਦੇ ਕਰ ਦਿੰਦੇ ਨੇ। ਨੰਬਰ ਹੈ DH ਰੀਅਲ ਅਸਟੇਟ ਦਾ 98775 0758 ਪਲੱਸ 91 ਇੰਡੀਆ ਦਾ ਕੋਡ ਲਾਉਣਾ। WhatsApp ਤੇ ਜਾਂ ਫਿਰ ਡਾਇਰੈਕਟ ਕਾਲ ਕਰ ਲੈਣੀ ਹੈ 98775 0758 DH ਰੀਅਲ ਅਸਟੇਟ। ਇਹਨਾਂ ਦਾ ਸਲੋਗਨ ਹੈ ਪੰਜਾਬ ਵਿੱਚ ਬੇਫਿਕਰੇ ਹੋ ਕੇ ਹੁਣ ਖਰੀਦੋ ਜ਼ਮੀਨ, ਪਲਾਟ, ਕੋਠੀ ਜਾਂ ਫਿਰ ਫਲੈਟ। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਨੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, the one stop shop। 5196220660 ਜਾਂ quicktrucklube.com। QTL, because we care। ਸਟੇਟ ਲਾਈਨ ਟਰੱਕ ਐਂਡ ਟ੍ਰੇਲਰ ਵਰਜੀਨੀਆ ਸਟੇਟ ਲਾਈਨ ਤੇ ਲੈ ਕੇ ਆਏ ਨੇ ਟਰੱਕ ਐਂਡ ਟ੍ਰੇਲਰ ਰਿਪੇਅਰ ਸ਼ਾਪ, ਇੰਟਰਸਟੇਟ 81 ਦੇ ਐਗਜ਼ਿਟ 323 ਆਪੋਜ਼ਿਟ ਫਲਾਈਂਗ ਜੇ ਟਰੱਕ ਸ਼ਾਪ, ਜਿੱਥੇ ਟਰੱਕਾਂ ਦੀ ਹਰ ਤਰ੍ਹਾਂ ਦੀ ਤਸੱਲੀ ਬਖਸ਼ ਮੁਰੰਮਤ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਪਾਰਕਿੰਗ ਤੇ ਆਫਿਸ ਸਪੇਸ ਵੀ ਹੈ ਉਪਲਬਧ। ਪੂਰੀ ਰਾਤ, ਹਫਤਾਵਾਰ ਜਾਂ ਮਹੀਨਾਵਾਰ ਪਾਰਕਿੰਗ ਅਤੇ ਟਰੱਕ ਰਿਪੇਅਰ ਲਈ ਜ਼ਰੂਰ ਆਓ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 6812600050। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਮੁੜ ਤੋਂ ਸਵਾਗਤ ਹੈ। ਢਿੱਲ ਸਾਹਿਬ, ਇਨਸਾਫ ਮੋਰਚੇ ਸੰਬੰਧੀ ਰਾਜੋਆਣਾ ਦਾ ਇੱਕ ਬਿਆਨ ਆਇਆ। ਉਹ ਬਿਆਨ ਨੇ ਬੜਾ ਲੋਕਾਂ ਨੂੰ ਦੁਵਿਧਾ 'ਚ ਪਾ ਦਿੱਤਾ ਹੈ। ਬਿਲਕੁਲ ਦਾਨੇਲੀਆ ਸਾਹਿਬ, ਕੱਲ ਬਲਵੰਤ ਸਿੰਘ ਰਾਜੋਆਣਾ ਦੇ ਦਰਦ ਹੋਇਆ ਦੰਦ 'ਚ, ਜੀ, ਦੰਦ ਦੀ ਪ੍ਰੋਬਲਮ ਸੀ, ਕੰਪਲੇਂਟ ਕੀਤੀ ਔਰ ਉਹਨਾਂ ਨੂੰ ਹਸਪੀਟਲ 'ਚ ਲਿਆਂਦਾ ਗਿਆ। ਜੀ, ਨੈਚੁਰਲੀ ਹੈ ਵੀ ਜਦੋਂ ਇਸ ਕਿਸਮ ਦੇ ਵਿਅਕਤੀ ਆਉਂਦੇ ਹਸਪੀਟਲ ਦੇ ਵਿੱਚ, ਮੀਡੀਆ ਪਹੁੰਚ ਹੀ ਜਾਂਦਾ, ਮੀਡੀਆ ਪਹੁੰਚ ਜਾਂਦਾ ਹੈ। ਮੀਡੀਆ ਵਾਲਿਆਂ ਨੇ ਉੱਥੇ ਜੋ ਗੱਲ ਕੀਤੀ ਇਨਸਾਫ ਮੋਰਚੇ ਬਾਰੇ, ਤੇ ਉਹਨਾਂ ਨੇ ਇੱਕੋ ਹੀ ਗੱਲ ਕਹੀ, ਮੈਂ ਅਕਾਲੀ ਸੀ, ਅਕਾਲੀ ਹਾਂ ਤੇ ਅਕਾਲੀ ਰਹਾਂਗਾ। ਜੀ, ਇਨਸਾਫ ਮੋਰਚੇ ਨਾਲ ਕੋਈ ਲਾਗਾ ਦੇਗਾ ਨਹੀਂ। ਇਨਸਾਫ ਮੋਰਚੇ ਵਾਲਿਆਂ ਨੇ ਜੇ ਮੇਰੀ ਤਸਵੀਰ ਲਾਈ ਹੈ
ਤਾਂ ਉਹ ਉਤਾਰ ਦੇਣ। ਜੀ ਅਗਲੀ ਗੱਲ ਜਿਹੜੀ ਉਹਨਾਂ ਨੇ ਕਿਹਾ ਵੀ ਇਨਸਾਫ ਮੋਰਚੇ ਦੇ ਜਿਨ੍ਹਾਂ ਦੇ ਕਾਲ ਦੇ ਉੱਤੇ ਉਹ ਇਨਸਾਫ ਮੋਰਚਾ ਲੱਗਿਆ ਵਾ ਜੀ, ਉਹ ਲੱਗਿਆ ਤਾਂ ਆਪਾਂ ਜਾਣਦੇ ਕਿ ਜਗਤਾਰ ਸਿੰਘ ਹਵਾਰਾ ਹੋਰਾਂ ਦਾ ਕਮੇਟੀ ਵੱਲੋਂ ਇਹ ਸੱਦਾ ਦਿੱਤਾ ਗਿਆ ਸੀ, ਨਾਂ ਰੱਖਿਆ ਇਨਸਾਫ ਮੋਰਚਾ ਜੀ। ਔਰ ਉਹਨੂੰ ਚਲਾਉਣ ਵਾਲੇ ਬੰਦੇ ਕੌਣ ਹੈ? ਉਹ ਚਲਾਉਣ ਵਾਲੇ ਜਿਹੜੇ ਹੈਗੇ ਮੁੱਖ ਤੌਰ ਦੇ ਉੱਤੇ ਕਮੇਟੀ ਬਣੀ ਹੋਈ ਹੈ, ਪਰ ਪ੍ਰਮੁੱਖ ਜਿਹੜੇ ਹੈਗੇ ਆ ਉਹਦੇ ਉਹ ਦੋ ਬੰਦੇ ਹੈ ਜੀ। ਇੱਕ ਹੈਗੇ ਹੈ ਜਿਹੜੇ ਉਹਨਾਂ ਦੇ ਮੂੰਹ ਬੋਲਦੇ ਬਾਪ ਹੈ, ਸ਼ਾਇਦ ਉਹਨਾਂ ਦਾ ਨਾਮ ਸਰਦਾਰ ਗੁਰਚਰਨ ਸਿੰਘ ਹੈ, ਤੇ ਦੂਸਰੇ ਬੜੇ ਸੀਨੀਅਰ ਐਡਵੋਕੇਟ ਅਮਰ ਸਿੰਘ ਚਾਹਲ ਜੀ। ਕਹਿੰਦੇ ਵੀ ਉਹਨਾਂ ਨੇ ਵੀ ਸਾਡੇ ਪ੍ਰਤੀ ਕੁਝ ਸ਼ਬਦ ਬੋਲੇ, ਅਪਸ਼ਬਦ ਬੋਲੇ। ਇਹ ਗੱਲ ਜਿਹੜੀ ਉਹਨਾਂ ਨੇ ਕਹੀ ਹੈ, ਇਹੀ ਗੱਲ ਉਹ ਬੀਬੀ ਨੇ ਜਿਹੜੀ ਉਹਨਾਂ ਦੀ ਮੂੰਹ ਬੋਲੀ ਭੈਣ ਹੈ ਕਮਲਦੀਪ ਕੌਰ, ਉਹਨੇ ਵੀ ਇਹ ਗੱਲ ਕਹੀ ਸੀ। ਆਪਾਂ ਨੂੰ ਨਹੀਂ ਪਤਾ ਵੀ ਉਹਨਾਂ ਨੇ ਕੁਝ ਬੋਲਿਆ ਕਿ ਨਹੀਂ ਬੋਲਿਆ, ਲੇਕਿਨ ਇਹ ਗੱਲ ਕਿਤੇ ਅਖਬਾਰਾਂ 'ਚ ਖਬਰਾਂ 'ਚ ਆਈ ਨਹੀਂ ਗਈ, ਸ਼ਾਇਦ ਕੋਈ ਐਸੀ ਵੈਸੀ ਗੱਲ ਹੋਵੇ। ਇਹਦੇ ਤੋਂ ਇਹ ਪਤਾ ਲੱਗਦਾ ਕਿ ਡਿਫਰੈਂਸਿਸ ਹੈਗੇ ਜੀ। ਡਿਫਰੈਂਸਿਸ ਇਨਸਾਫ ਮੋਰਚੇ ਦੇ ਪਹਿਲਾਂ ਇੱਕ ਹੋਰ ਵੀ ਗੱਲ ਸਾਹਮਣੇ ਆਈ ਸੀ ਕਿ ਜਗਤਾਰ ਸਿੰਘ ਤਾਰਾ ਜੀ ਤੇ ਇੱਕ ਹੋਰ ਸੱਜਣ ਉਹਨਾਂ ਨੇ ਵੀ ਕਹਿਤਾ ਸੀ ਕਿ ਇਹ ਗੱਲ ਠੀਕ ਨਹੀਂ ਗਈ, ਸਾਡਾ ਇਹਦੇ ਨਾਲ ਕੋਈ ਲਾਗਾ ਦੇਗਾ ਨਹੀਂ ਜੀ। ਉਹਨਾਂ ਨੇ ਕਿਹਾ ਸੀ ਕਿ ਸਾਡਾ ਬਾਹਰ ਆਉਣ ਵਾਸਤੇ ਇਸ ਕਿਸਮ ਦਾ ਸਾਡਾ ਨਾਂ ਨਾ ਇਸਤੇਮਾਲ ਕੀਤਾ ਜਾਵੇ, ਜੋ ਹੋਊਗਾ ਸੋ ਹੋਊਗਾ, ਅਸੀਂ ਜੇਲ੍ਹਾਂ ਦੇ ਵਿੱਚ ਬੈਠੇ ਹਾਂ, ਸਾਡੇ ਨਾਂ ਦੇ ਉੱਤੇ ਕਿਸੇ ਕਿਸਮ ਦੀ ਕੋਈ ਸੌਦੇਬਾਜ਼ੀ ਨਾ ਹੋਵੇ, ਉਹਨਾਂ ਨੇ ਇਹ ਗੱਲ ਕਹਿਤੀ ਸੀ। ਫਿਰ ਨਾਲ ਹੀ ਤੁਸੀਂ ਦੇਖਿਆ ਹੋਣਾ ਕਿ ਪਿਛਲੇ ਦਿਨਾਂ 'ਚ ਅਮਰਤਪਾਲ ਸਿੰਘ ਵੀ ਉੱਥੇ ਗਏ ਸੀ ਜੀ। ਅਮਰਤਪਾਲ ਸਿੰਘ ਹੋਰਾਂ ਨੇ ਵੀ ਕਿਹਾ ਸੀ ਵੀ ਕੀ ਕਰੀ ਜਾਂਦੇ ਹੋ, ਕੀ ਕਰੋਗੇ ਤੁਸੀਂ? ਬੰਦੀ ਸਿੰਘਾਂ ਨੂੰ ਰਿਹਾ ਕਰਾਉਣ ਦੀ ਗੱਲ ਕਰਦੇ ਹੋ ਜੀ। ਬੰਦੀ ਸਿੰਘ ਗ੍ਰਿਫਤਾਰ ਕਿਉਂ ਹੋਏ ਇਹਦੇ ਬਾਰੇ ਕਿਉਂ ਨਹੀਂ ਸੋਚਦੇ? ਉਹਨਾਂ ਦਾ ਏਜੰਡਾ ਇੱਕ ਵੱਖਰਾ ਸੀ ਜੀ। ਔਰ ਉਹ ਵੀ ਗੱਲ ਆਪਣੀ ਕਹਿ ਕੇ ਆ ਗਏ। ਬਾਅਦ ਦੇ ਵਿੱਚ ਫਿਰ ਇਹ ਗੱਲ ਵੀ ਆ ਗਈ ਸੀ ਕਿ ਜਗਤਾਰ ਸਿੰਘ ਹਵਾਰਾ ਹੋਣਾ ਨੇ ਆਪਣੇ ਇੱਕ ਬਿਆਨ ਦੇ ਰਾਹੀਂ ਜਾਂ ਆਪਣੇ ਇੱਕ ਸੁਨੇਹੇ ਦੇ ਰਾਹੀਂ ਕਿਹਾ ਸੀ ਕਿ ਹਰ ਇੱਕ ਬੰਦਾ ਆਵੇ, ਉਹਨੂੰ ਬੋਲਣ ਦਾ ਮੌਕਾ ਦਿਓ, ਲੇਕਿਨ ਬੋਲੇ ਉਹ ਇੱਕ ਘੇਰੇ ਦੇ ਵਿੱਚ ਰਹਿ ਕੇ। ਜੀ। ਜਿਹੜਾ ਪ੍ਰੋਗਰਾਮ ਇਹ ਇਨਸਾਫ ਮੋਰਚੇ ਵਾਲੇ ਨੇ ਬਣਾਇਆ ਉਹਦੇ ਮੁਤਾਬਕ ਹੀ ਹੋਵੇ, ਇਦੋਂ ਵੱਧ ਨਹੀਂ ਚਾਹੀਦਾ। ਜੇ ਕਿਸੇ ਨੇ ਹੋਰ ਕੁਝ ਬੋਲਣਾ ਤਾਂ ਉਹ ਆਪਣੇ ਏਜੰਡੇ ਮੁਤਾਬਕ ਬਣਾਵੇ। ਇਹ ਗੱਲ ਉਹਨਾਂ ਨੇ ਕਹੀ ਹੈ। ਹੁਣ ਇੱਥੋਂ ਲੱਗਦਾ ਇਹ ਹੈ ਕਿ ਠੀਕ ਉਸ ਵੇਲੇ ਜਦੋਂ ਸਮੁੱਚੇ ਸੰਯੁਕਤ ਕਿਸਾਨ ਮੋਰਚੇ ਨੇ ਜੀ ਕੱਲ ਇਨਸਾਫ ਮੋਰਚੇ ਦਾ ਸਮਰਥਨ ਕਰਤਾ, ਸਟੇਟਮੈਂਟ ਦਿੱਤੀ ਵੀ ਅਸੀਂ ਵੀ ਇਹਨਾਂ ਦੇ ਨਾਲ ਹਾਂ, ਉਸ ਵੇਲੇ ਪੰਥਕ ਸਫਾਂ ਦੇ ਵਿੱਚ ਜਿਹੜੀ ਇਸ ਤਰ੍ਹਾਂ ਦੀ ਦੁਫੇੜ ਆਈ, ਇਹ ਚੰਗੀ ਨਹੀਂ। ਇਹਦੇ ਨਾਲ ਹੀ ਆਪਾਂ ਦੇਖੀਏ ਤਾਂ ਇਧਰਲੇ ਪਾਸੇ ਬਾਈਬਲ ਕਲਾਂ ਵਾਲਾ ਮੋਰਚਾ ਵੀ ਲੱਗ ਹੀ ਲੱਗਿਆ ਹੋਇਆ ਜੀ ਜੀ। ਬੁਲਾਇਆ ਉਹਨਾਂ ਨੂੰ ਵੀ ਸੀ। ਇਹਦੇ ਕਈ ਲੋਕ ਕਈ ਅਰਥ ਕੱਢ ਰਹੇ ਹੈ ਕਿਉਂਕਿ ਇਸ ਵੇਲੇ ਅਕਾਲੀ ਦਲ ਹਾਸ਼ੀਏ ਤੇ ਚਲਾ ਗਿਆ ਜੀ। ਅਕਾਲੀ ਦਲ ਦੇ ਹਾਸ਼ੀਏ ਤੇ ਜਾਣ ਤੋਂ ਬਾਅਦ ਅਕਾਲੀ ਦਲ ਨੂੰ ਬਿਲਕੁਲ ਲਾਲ ਝੰਡੀ ਦਿਖਾਤੀ ਹੈ ਬੀਜੇਪੀ ਵਾਲਿਆਂ ਨੇ। ਵਾਰ-ਵਾਰ ਉਹਨਾਂ ਦੀਆਂ ਸਟੇਟਮੈਂਟਸ ਆ ਰਹੀਆਂ ਕਿ ਅਕਾਲੀ ਦਲ ਨਾਲ ਅਸੀਂ ਸਮਝੌਤਾ ਨਹੀਂ ਕਰਨਾ। ਵਾਰ-ਵਾਰ ਕਹਿ ਰਹੇ। ਇਹਦਾ ਮਤਲਬ ਹੈ ਕਿ ਅਕਾਲੀ ਦਲ ਦਾ ਸਮਝੌਤਾ ਉੱਥੇ ਨਹੀਂ ਹੋਣਾ। ਅਕਾਲੀ ਦਲ ਦਾ ਗੱਠਜੋੜ ਹੈਗਾ, ਖਾਸ ਕਰਕੇ ਜੇ ਆਪਾਂ ਬਾਦਲ ਅਕਾਲੀ ਦਲ ਦੀ ਗੱਲ ਕਰੀਏ ਜਿਹਦੀ ਅਗਵਾਈ ਸੁਖਬੀਰ ਸਿੰਘ ਬਾਦਲ ਕਰਦੇ, ਉਹਨੂੰ ਬਾਦਲ ਇਸ ਕਰਕੇ ਕਹਿੰਦੇ, ਉਹਨਾਂ ਦਾ ਗੱਠਜੋੜ ਆ ਭਾਰਤੀ ਜਨਤਾ ਪਾਰਟੀ ਨਾਲ। ਭਾਰਤੀ ਜਨਤਾ ਬਹੁਜਨ ਸਮਾਜ ਪਾਰਟੀ ਨਾਲ। ਭਾਰਤੀ ਜਨਤਾ ਪਾਰਟੀ ਦਾ ਜਵਾਬ ਹੀ ਦੇ ਚੁੱਕੀ ਹੈ। ਬਹੁਜਨ ਸਮਾਜ ਪਾਰਟੀ ਨਾਲ ਉਹਨਾਂ ਦਾ ਗੱਠਜੋੜ ਹੈ। ਹੁਣ ਬੀਜੇਪੀ ਦੇ ਤੋੜ ਵਿਛੋੜੇ ਤੋਂ ਬਾਅਦ ਅਕਾਲੀ ਦਲ ਆਪਣੀ ਖੁੱਸੀ ਹੋਈ ਜ਼ਮੀਨ ਹਾਸਲ ਕਰਨ ਵਾਸਤੇ ਪੰਥਕ ਏਜੰਡੇ ਨੂੰ ਅਪਣਾ ਰਹੇ। ਤੇ ਪੰਥਕ ਏਜੰਡੇ ਨੂੰ ਅਪਣਾਉਣ ਵਾਸਤੇ ਫਿਰ ਤੁਸੀਂ ਯਾਦ ਕਰੋ ਉਹ ਟਾਈਮ ਜਦੋਂ ਬਹੁਤ ਵੱਡਾ ਖਲਾਅ ਪੈਦਾ ਹੋ ਗਿਆ ਸੀ ਔਰ ਭਾਈ ਰਣਜੀਤ ਸਿੰਘ ਹੋਰਾਂ ਨੂੰ ਜੇਲ੍ਹ 'ਚ ਬੈਠਿਆਂ ਨੂੰ ਜਥੇਦਾਰ ਥਾਪ ਦਿੱਤਾ ਸੀ। ਜਗਤਾਰ ਸਿੰਘ ਹਵਾਰਾ ਨੂੰ ਪਹਿਲੇ ਹੀ ਸਰਬੱਤ ਖਾਲਸੇ ਵਾਲਾ ਨੇ ਆਪਣਾ ਜਥੇਦਾਰ ਬਣਾਇਆ ਹੋਇਆ। ਇਹਦੇ ਤੋਂ ਲੱਗਦਾ ਇਹ ਹੈ ਕਿ ਅਜੇ ਤੱਕ ਸਾਡੇ ਅਕਾਲ ਤਖਤ ਸਾਹਿਬ ਦੇ ਐਕਟਿੰਗ ਜਥੇਦਾਰ ਦੀ ਸੀਟ ਖਾਲੀ ਪਈ ਹੈ। ਜਥੇਦਾਰ ਦੀ ਖਾਲੀ ਪਈ ਹੈ, ਐਕਟਿੰਗ ਜਥੇਦਾਰ ਚੱਲ ਰਹੇ ਹੈ। ਕਿਤੇ ਕੋਈ ਅਜਿਹੀ ਗੱਲ ਤਾਂ ਨਹੀਂ ਕਿ ਭਾਈ ਜਗਤਾਰ ਸਿੰਘ ਭਾਈ ਆਪਣਾ ਬਲਵੰਤ ਸਿੰਘ ਰਾਜੋਆਣਾ ਨੂੰ ਜਥੇਦਾਰ ਬਣਾਉਣ ਵਾਲੀ ਗੱਲ ਹੋਣੀ। ਇਹ ਚੀਜ਼ ਜਿਹੜੀ ਦੇਖਣ ਵਾਲੀ ਦਾਨੇ ਵਾਲੀ ਹੈ। ਸਭ ਫਿਰ ਇੱਥੋਂ ਫਿਰ ਦੁਬਾਰਾ ਭਰਾ ਮਾਰੂ ਜੰਗ ਸ਼ੁਰੂ ਹੋਣ ਦੇ ਚਾਂਸਸ ਬਣਦੇ ਕਿਉਂਕਿ ਜਗਤਾਰ ਸਿੰਘ ਹਵਾਰਾ ਜੇ ਰਿਹਾ ਹੁੰਦੇ ਤਾਂ ਇਹ ਜਿਹੜੇ ਹੈਗੇ ਆ ਇਨਸਾਫ ਮੋਰਚੇ ਵਾਲੇ ਤਾਂ ਜਿਨ੍ਹਾਂ ਨੇ ਜਾਂ ਸਰਬੱਤ ਖਾਲਸਾ ਕੀਤਾ ਸੀ ਉਹ ਕਹਿਣਗੇ ਜੀ ਜਥੇਦਾਰ ਤਾਂ ਇਹ ਸਰਬੱਤ ਖਾਲਸੇ ਨੇ ਫੈਸਲਾ ਕੀਤਾ। ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਬਣਾਉਂਦੀ ਹੈ ਤਾਂ ਫਿਰ ਮਤਲਬ ਜਿਹੜਾ ਹੈਗਾ ਇੱਕ ਟਕਰਾਅ ਦੇ ਹਾਲਾਤ ਹੋਰ ਪੈਦਾ ਹੁੰਦੇ ਹੈ। ਸੋ ਬੜਾ ਸੋਚ ਸਮਝ ਕੇ ਚੱਲਣ ਦੀ ਲੋੜ ਹੈ। ਪੰਥਕ ਜਿਹੜੇ ਲੀਡਰ ਹੈ ਉਹਨਾਂ ਨੂੰ ਚਾਹੀਦਾ ਕਿ ਸੋਚ ਵਿਚਾਰ ਕੇ ਚੱਲੋ, ਇਹ ਮਾਮਲਾ ਕਿਤੇ ਬਹੁਤਾ ਬੇਕਾਬੂ ਨਾ ਹੋ ਜਾਏ। ਬਿਲਕੁਲ ਐਵੇਂ ਰਹਿਣ ਦਿਓ, ਤਜਰਬੇ ਨਾ ਕੀਤੇ ਜਾਣ। ਅਸੀਂ ਮਾਰੇ ਹੀ ਅਸੀਂ ਤਜਰਬੇ ਤੋਂ ਜਾਂਦੇ ਹਾਂ।
ਤੇ ਆਬਕਾਰੀ ਨੀਤੀ ਜੀ ਕਹਿੰਦੇ ਬੜੀ ਵਧੀਆ ਸੀ, ਪੰਜਾਬ 'ਚ ਅਸੀਂ ਲਾਗੂ ਕੀਤੀ, ਪੰਜਾਬ 'ਚ ਬੜੇ ਨੋਟ ਆ ਰਹੇ ਨੇ। ਹਾਂ, ਕੇਜਰੀਵਾਲ ਸਾਹਿਬ ਕਹਿੰਦੇ ਦੇਖੋ ਜੀ ਪੰਜਾਬ 'ਚ ਤਾਂ ਕਮਾਈ ਅਸੀਂ ਬਹੁਤ ਕਰ ਲਈ, ਪਰ ਜੇ ਪੰਜਾਬ 'ਚ ਕਮਾਈ ਕਰ ਲਈ ਤੇ ਦਿੱਲੀ 'ਚੋਂ ਵਾਪਸ ਕਿਉਂ ਲੈ ਲਈ ਸੀ? ਹਾਂ, ਆਹੀ ਤਾਂ ਚੀਜ਼ ਹੈ। ਠੀਕ ਹੈ, ਹੁਣ ਇਹਦੇ 'ਚ ਇਹ ਵੀ ਕਿ ਉਸ ਆਬਕਾਰੀ ਨੀਤੀ ਨੂੰ ਲੈ ਕੇ ਪਹਿਲਾਂ ਇੱਕ CBI ਨੇ ਕੇਸ ਦਰਜ ਕੀਤਾ ਸੀ। ਉਹਦੇ ਵਿੱਚ CBI ਨੇ ਕਿਸੇ ਨੂੰ ਦੋਸ਼ੀ ਨਾਮਜ਼ਦ ਕਰਤਾ, ਕਿਸੇ ਨੂੰ ਨਹੀਂ ਕੀਤਾ। ਤੇ ਨਾਲ ਹੀ ਮਤਲਬ ਜਿਹੜਾ ਹੈਗਾ ਤਲਾਸ਼ੀਆਂ ਵੀ ਬੜੀਆਂ ਲਈਆਂ ਸੀ। ਮਨੀਸ਼ ਸਿਸੋਦੀਆ ਦੇ ਘਰ ਦੀ ਤਲਾਸ਼ੀ ਵੀ ਲਈ ਸੀ, ਉਹਨਾਂ ਦੇ ਬੈਂਕ ਅਕਾਊਂਟ ਵਗੈਰਾ ਵੀ ਫਰੋਲੇ ਸੀ ਜੀ। ਔਰ ਬਾਅਦ ਦੇ ਵਿੱਚ ਕੇਜਰੀਵਾਲ ਸਾਹਿਬ ਨੇ ਕਹਿਤਾ ਸੀ ਜੀ ਪੂਰਾ ਜ਼ੋਰ ਲਾ ਲਿਆ ਤੇ ਕੱਖ ਨਹੀਂ ਮਿਲਿਆ। ਫਿਰ ED ਵਾਲਿਆਂ ਨੇ ਵੀ ਕਈ ਬੰਦਿਆਂ ਨੂੰ ਨਾਮਜ਼ਦ ਕੀਤਾ ਹੋਇਆ। ਆ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਦੀਪ ਮਲਹੋਤਰੇ ਦੇ ਬੇਟੇ ਨੂੰ ਕਾਬੂ ਕੀਤਾ, ਉਹ ED ਵਾਲਿਆਂ ਨੇ ਕੀਤਾ ਮੇਰੇ ਖਿਆਲ। ED ਵਾਲਿਆਂ ਕੋਲ ਹੀ ਗਏ ਸੀ। ਸਿਸੋਦੀਆ ਸਾਹਿਬ ਨੂੰ ਬੁਲਾਇਆ ਸੀ CBI ਨੇ ਪਿਛਲੇ ਦਿਨਾਂ ਦੇ ਵਿੱਚ, ਮੇਰਾ ਖਿਆਲ ਵੀ ਆਓ ਜੀ ਤੁਸੀਂ, ਤੁਹਾਡੇ ਨਾਲ ਅਸੀਂ ਗੱਲ ਕਰਨੀ ਹੈ। ਸਿਸੋਦੀਆ ਹੋਰਾਂ ਨੇ ਕਿਹਾ ਜੀ ਦੇਖੋ ਮੈਂ ਕੋਆਪਰੇਟ ਕਰਦਾ, ਪਹਿਲਾਂ ਵੀ ਕੋਆਪਰੇਟ ਕੀਤਾ ਹੈ, ਕੋਆਪਰੇਟ ਮੈਂ ਕਰੂੰਗਾ, ਮੈਨੂੰ ਹਫ਼ਤੇ ਦਾ ਟਾਈਮ ਦੇ ਦਿਓ ਜੀ, ਕਿਉਂਕਿ ਮੈਂ ਜਿਹੜਾ ਦਿੱਲੀ ਦਾ ਬਜਟ ਤਿਆਰ ਕਰਨਾ ਹੈ। ਬਜਟ ਤਿਆਰ ਕਰਨ ਵਾਸਤੇ ਤੁਹਾਨੂੰ ਪਤਾ ਵੀ ਉਹਨਾਂ ਦੀ ਜ਼ਿੰਮੇਵਾਰੀ ਹੈ ਜੀ, ਉਹ ਬਜਟ ਤਿਆਰ ਕਰਨਾ ਤੇ ਫਿਰ ਉਹ ਤੋਂ ਬਾਅਦ ਮੈਂ ਆ ਜਾਊਂ। ਕਹਿੰਦੇ ਜੀ ਕੋਈ ਗੱਲ ਨਹੀਂ, ਦੇ ਦਿੰਦੇ ਹਾਂ ਟਾਈਮ। ਰਿਕੁਐਸਟ ਉਹਨਾਂ ਨੇ ਮੰਨ ਲਈ ਤੇ ਦੁਬਾਰਾ ਫਿਰ ਸੱਦ ਲਿਆ ਜੀ ਐਤਵਾਰ ਨੂੰ ਜੀ। ਕਹਿੰਦੇ ਜੀ ਐਤਵਾਰ ਨੂੰ ਫਿਰ ਆ ਜਾਓ। ਉਹ ਹੁਣ ਦੁਬਾਰਾ ਜਾਣਗੇ ਤੇ ਦੁਬਾਰਾ ਜਾ ਕੇ ਉੱਥੇ ਫਿਰ ਕੀ ਕਰਦੇ ਹੈ। ਵੈਸੇ ਖਦਸ਼ਾ ਜ਼ਾਹਰ ਕੀਤਾ ਸਿਸੋਦੀਆ ਸਾਹਿਬ ਨੇ ਵੀ ਤੇ ਨਾਲ ਕੇਜਰੀਵਾਲ ਸਾਹਿਬ ਨੇ ਵੀ ਕਿ ਉਹਨਾਂ ਦੀ ਗ੍ਰਿਫਤਾਰੀ ਹੋ ਸਕਦੀ ਹੈ। CBI ਦੀ ਮੋਡਸ ਆਪਰੈਂਡੀ ਜੇ ਆਪਾਂ ਦੇਖੀਏ ਜਾਂ ED ਦੀ ਜੀ, ਜਿਹੜਾ ਲਮਕਮਾ ਕੇਸ ਹੁੰਦਾ ਉਹਦੇ 'ਚ ਇਹੀ ਕਰਦੇ ਹੁੰਦੇ ਕਿ ਜੀ ਜਾਂਚ ਸ਼ਾਮਲ ਹੋ। ਕਈ ਘੰਟੇ ਪੁੱਛਣ ਤੋਂ ਬਾਅਦ ਫਿਰ ਕਹਿ ਦਿੰਦੇ ਆ ਜੀ ਬੰਦੇ ਨੇ ਸਹਿਯੋਗ ਨਹੀਂ ਦਿੱਤਾ ਤੇ ਉਹਨੂੰ ਗ੍ਰਿਫਤਾਰ ਕਰ ਲੈਂਦੇ। ਹੁਣ ਦੇਖਣਾ ਵੀ ਕੀ ਬਣਦਾ ਕੀ ਹੈ ਜੀ। ਤੇ ਢਿੱਲੋਂ ਸਾਹਿਬ ਹੁਣੇ ਮੈਂ ਸ਼ੇਖਾਵਤ ਸਾਹਿਬ ਆਪਣੇ ਕੇਂਦਰੀ ਮੰਤਰੀ ਆ, ਉਹਨਾਂ ਦੀ ਮੈਂ ਇੱਕ ਬਿਆਨ ਪੜ੍ਹ ਰਿਹਾ ਸੀ। ਉਹ ਕਹਿੰਦੇ ਜੀ ਬੰਦੀ ਸਿੰਘਾਂ ਦੀ ਕਹਿੰਦੇ ਹਜੇ ਤੱਕ ਮੇਰੇ ਕੋਲ ਲਿਸਟ ਨਹੀਂ ਪੁੱਜੀ ਪੂਰੀ, ਕਹਿੰਦਾ ਮੈਨੂੰ ਅਜੇ ਤੱਕ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਸੂਚੀ ਨਹੀਂ ਮਿਲੀ। ਕਿਹਨੇ ਦੇਣੀ ਹੈ ਜੀ ਉਹ? ਇਹ ਦੱਸੋ ਫਿਰ ਤੁਸੀਂ ਦਿਓ ਨਾ ਜਾ ਕੇ। ਇਹ ਤਾਂ ਦੋ ਹੀ ਹੈ, ਕਿਉਂਕਿ ਬੰਦੀ ਸਿੰਘਾਂ ਨੂੰ ਰਿਹਾ ਕਰਾਉਣ ਵਾਸਤੇ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਸਤਖਤ ਦੀ ਮੁਹਿੰਮ ਚਲਾਉਣੀ ਹੈ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਵੀ ਦਸਤਖਤ ਕਰਤੇ ਜੀ। ਇੰਟਰਸਟਿੰਗ ਗੱਲ ਹੈ ਕਿ ਗਜਿੰਦਰ ਸਿੰਘ ਸ਼ੇਖਾਵਤ ਵੀ ਦਸਤਖਤ ਕਰ ਗਏ। ਦਸਤਖਤ ਉਹੀ ਤਾਂ ਗੱਲ ਹੈ ਨਾ, ਆਪ ਵੀ ਦਸਤਖਤ ਕਰਕੇ, ਉਹ ਵੀ ਕਰਕੇ, ਬਾਦਲ ਸਾਹਿਬ ਵੀ ਕਰਕੇ। ਤੇ ਬਾਦਲ ਸਾਹਿਬ ਦੇ ਉੱਤੇ ਕਮੈਂਟ ਬੜਾ ਸ਼ਾਨਦਾਰ ਕੀਤਾ ਭਗਵੰਤ ਮਾਨ ਹੋਰਾਂ ਨੇ। ਉਹ ਕਹਿੰਦੇ ਜੀ ਹੁਣ ਇਹਨਾਂ ਦਾ ਕੀ ਫਾਇਦਾ ਦਸਤਖਤਾਂ ਦਾ, ਜਿੰਨੇ ਮਰਜ਼ੀ ਕਰੀ ਜਾਓ। ਜਦੋਂ ਤੁਹਾਡੇ ਹੱਥ 'ਚ ਹਰਾ ਪੈਨ ਸੀ ਜੀ, ਇਹਨਾਂ ਦਸਤਖਤਾਂ ਦੀ ਕੋਈ ਕੀਮਤ ਸੀ ਬਾਦਲ ਸਾਹਿਬ, ਉਦੋਂ ਕਿਉਂ ਨਹੀਂ ਕੀਤੇ? ਸਵਾਲ ਫੇਰ ਖੜਾ ਹੁੰਦਾ ਹੈ ਕਿ ਜੇ ਉਹਨੇ ਨਹੀਂ ਕੀਤੇ ਤਾਂ ਤੁਸੀਂ ਕਰ ਦਿਓ। ਜੇ ਤੁਸੀਂ, ਤੁਹਾਡੇ ਕੋਲੇ ਕੋਈ ਬੰਦਾ ਹੈ ਨਹੀਂ ਤਾਂ ਤੁਸੀਂ ਕੇਜਰੀਵਾਲ ਸਾਹਿਬ ਨੂੰ ਕਹਿ ਦਿਓ, ਘੱਟੋ ਘੱਟ ਦਵਿੰਦਰਪਾਲ ਸਿੰਘ ਭੁੱਲਰ ਵਾਲਾ ਕੰਮ ਤਾਂ ਕਰ ਹੀ ਸਕਦੇ। ਬਿਲਕੁਲ। ਹੋਰ ਤਾਂ ਕਿਸੇ ਦਾ ਹੋਵੇ ਨਾ ਹੋਵੇ, ਉਹ ਤਾਂ ਕਰ ਸਕਦੇ, ਉਹਨਾਂ ਤੋਂ ਕਰਵਾ ਦਿਓ। ਇਹ ਮੈਂ ਜਿਵੇਂ ਗਜਿੰਦਰ ਸਿੰਘ ਸ਼ੇਖਾਵਤ ਹੋਰੀ ਜੇ ਕਹਿੰਦੇ ਆ ਕਿ ਜੀ ਮੈਨੂੰ ਅਜੇ ਤੱਕ ਉਹਨਾਂ ਨੇ ਲਿਸਟ ਨਹੀਂ ਦਿੱਤੀ, ਤੇ ਗਜਿੰਦਰ ਸਿੰਘ ਸ਼ੇਖਾਵਤ ਜੀ ਤੁਸੀਂ ਭਾਰਤ ਸਰਕਾਰ ਦਾ ਅੰਗ ਹੋ, ਤੁਹਾਨੂੰ ਤਾਂ ਮਿੰਟਾਂ ਪੰਜਾਂ ਦੇ ਵਿੱਚ ਸਾਰੇ ਦੇਸ਼ ਦੇ ਵਿੱਚੋਂ ਆ ਜੂਗੀ ਲਿਸਟ, ਪੁੱਛ ਲਓ ਵੀ ਕਿਹਨੇ ਨੀਤ ਨਹੀਂ ਸਾਫ਼ ਹੈ। ਚਾਹੇ ਕੋਈ ਵੀ ਕੁਛ ਵੀ ਹੈ, ਅਸਲ 'ਚ ਬਿਮਾਰੀ ਵੋਟ ਬੈਂਕ ਦੀ ਹੈ ਜੀ, ਕਿ ਕਿਤੇ ਵੱਡੇ ਭਾਈਚਾਰੇ ਦਾ ਵੋਟ ਬੈਂਕ ਨਾ ਖਿਸਕ ਜੇ। ਇਸ ਕਰਕੇ ਸਾਰੇ ਇਹ ਤਰਲੋ ਮੱਛੀ ਹੋ ਰਹੇ ਜੀ। ਸੋ ਸ਼ੁਕਰੀਆ ਬਹੁਤ ਬਹੁਤ, ਮਿਹਰਬਾਨੀ ਤੁਹਾਡੀ। ਸੋ ਪ੍ਰੋਗਰਾਮ ਸ਼ਮਾਦਾਨ ਇੱਥੇ ਹੀ ਸਮਾਪਤ ਕਰਨ ਦੀ ਆਗਿਆ ਚੱਲਣੇ ਜੀ। ਬਹੁਤ ਬਹੁਤ ਮਿਹਰਬਾਨੀ। ਸ਼ਮਾਦਾਨ